ਛੋਟੀ ਭੈਣ ਹੈ ਮੈਥੋਂ ਤੇ ਇਹ ਸਿਟੀਜ਼ਨ ਹੈ ਕੈਨੇਡਾ ਦੀ। ਇਹਨੂੰ 13-14 ਸਾਲ ਹੋ ਗਏ ਉੱਥੇ ਰਹਿੰਦੀ ਨੂੰ ਤੇ 2 ਸਾਲ ਪਹਿਲਾਂ ਇਹਨਾਂ ਦੀ ਮੈਰਿਜ ਹੋਈ ਹੈਗੀ। ਇੱਥੇ ਮੁੰਡਾ ਇੰਡੀਆ ਦਾ ਸੀਗਾ, ਇਹ ਸਿਟੀਜ਼ਨ ਸੀਗੀ ਤੇ ਮੈਰਿਜ ਹੋ ਗਈ ਮਤਲਬ ਕਿ 5-6 ਮਹੀਨੇ ਬਾਅਦ ਹੀ ਇਹ ਲੈ ਗਈ ਉਹਨੂੰ ਮੁੰਡੇ ਨੂੰ। ਜਦੋਂ ਉਹ ਪੀਆਰ ਹੋ ਗਿਆ ਉੱਥੇ ਜਾ ਕੇ ਉਸ ਤੋਂ ਬਾਅਦ ਉਹਨੇ ਬਸ ਹੌਲੀ ਹੌਲੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ। ਇਹ ਬੱਚਾ ਹੋਇਆ, ਗੁੜੀਆ ਕਿਉਂ ਹੋਈ, ਮੁੰਡਾ ਕਿਉਂ ਨਹੀਂ ਹੋਇਆ, ਇਹਦੇ ਮਦਰ ਇਨ ਲਾਅ ਕਹਿੰਦੇ। ਇਸ ਗੱਲ ਤੇ ਵੀ ਬਹੁਤ ਉਹਨਾਂ ਨੇ ਉਹ ਕੀਤਾਗਾ ਵੀ ਹੋਣੀ ਨਹੀਂ ਚਾਹੀਦੀ। ਮਦਰ ਇਨ ਲਾਅ ਉਹ ਕਰਦੇ ਰਹਿੰਦੇ ਸੀ, ਮੇਰੀ ਨਣਦ ਪਰੇਸ਼ਾਨ ਕਰਦੀ ਸੀ ਮੈਨੂੰ ਇਦਾਂ ਦੀ। ਚੱਲ ਹਸਬੈਂਡ ਠੀਕ ਆ, ਬਿਕੋਜ਼ ਮੈਨੂੰ ਨਹੀਂ ਪਤਾ ਸੀ ਉਹਨਾਂ ਦੇ ਅੰਦਰ ਕੀ ਆ, ਹੈ ਨਾ। ਮੇਰੀ ਬੇਟੀ 1.5 ਸਾਲ ਦੀ ਆ, 18 ਮੰਥਸ ਦੀ, ਹੈ ਨਾ। ਤੇ ਉਹਨਾਂ ਨੇ ਮੈਨੂੰ 1 ਮਹੀਨੇ 'ਚ 3 ਵਾਰ ਲਈ ਕੁੱਟਿਆ ਉਹਨਾਂ ਨੇ ਮੈਨੂੰ। ਕਿ 6 ਮਹੀਨੇ ਹੋ ਗਏ ਸਾਨੂੰ ਇਹ ਕੁਛ ਕਰਦੇ ਨੇ। ਪੁਲਿਸ ਕੋਲ ਜਾਂਦੇ ਆ, ਉਹ ਤਾਂ ਹੈ ਨਹੀਂ ਜੀ। ਮੈਨੂੰ ਇਹ ਸਗੋਂ ਹਰਾਸ ਕਰਦੇ ਆ ਸਾਰੇ ਜਿੱਥੇ ਜਾਂਦੀ ਆ। ਬੱਚੇ ਦਾ ਨਹੀਂ ਕੋਈ ਸੋਚਦਾ ਹੈਗਾ, ਉਹ ਪੈਸੇ ਦੇ ਦਿੰਦਾ ਸਭ ਨੂੰ, ਕਿਉਂਕਿ ਬਾਹਰ ਡਾਲਰ ਕਮਾ ਰਿਹਾ ਬੈਠਾ, ਮੇਰੇ ਸਾਰੇ ਕਮਾ ਰਿਹਾ ਉਹ। ਮੈਂ ਲੈ ਕੇ ਗਈ, ਮੈਂ ਇੱਥੇ ਰੁਲ ਰਹੀ ਹਾਂ। ਮੈਂ ਅੱਜ ਕੁਝ ਵੀ ਕਰ ਲੂੰਗੀ, ਮੈਂ ਤੁਹਾਨੂੰ ਹੁਣੇ ਔਨ ਕੈਮਰਾ ਕਹਿ ਰਹੀ ਹਾਂ, ਮੈਂ ਕੁਝ ਵੀ ਕਰ ਸਕਦੀ ਹਾਂ, ਪਰ ਮੈਂ ਇੱਥੋਂ ਨਹੀਂ ਜਾਊਂਗੀ। ਮੇਰੇ ਤੇ ਜੋ ਪਰਚਾ ਕਰਨਾ ਕਰ ਲਓ, ਮੈਂ ਇੱਥੇ ਮਰ ਕੇ ਨਿਕਲੂੰਗੀ, ਪਰ ਮੈਂ ਨਹੀਂ ਜਾਣਾ। ਅੱਜ ਸਾਡੇ ਰਿਸ਼ਤੇਦਾਰ 20-25 ਜਣੇ ਸਾਡੇ ਰਿਸ਼ਤੇਦਾਰ ਇੱਥੇ ਆਏ ਨੇਗੇ, ਉਹ ਉੱਧਰ ਦੂਜੇ ਘਰ ਬੈਠੇ ਨੇਗੇ, ਕਿਉਂਕਿ ਇਹ ਕਹਿੰਦੇ ਵੀ ਪੁਲਿਸ ਵਾਲੇ ਕਹਿੰਦੇ ਵੀ ਇੱਥੋਂ ਜਾਓ ਤੁਸੀਂ, ਅਸੀਂ ਖੜਨ ਨਹੀਂ ਦਿੰਦੇ। ਹੁਣ ਵੀ ਸਾਨੂੰ ਉਹ ਕਰ ਰਹੇ ਨੇ ਪ੍ਰੈਸ਼ਰਾਈਜ਼, ਵੀ ਸਾਨੂੰ ਪ੍ਰੈਸ਼ਰ ਆ ਬਹੁਤ ਵੀ ਤੁਸੀਂ ਘਰੋਂ ਨਿਕਲੋ, ਅਸੀਂ ਤੁਹਾਨੂੰ ਕੱਢਾਂਗੇ। ਕੁੜੀਆਂ ਕਿਉਂ ਨਹੀਂ ਲੈ ਕੇ ਜਾਂਦੇ? ਆਪਾਂ ਕਹਿੰਦੇ ਨੇ ਕੁੜੀਆਂ ਇੱਦਾਂ ਕਰਦੀਆਂ ਨੇ, ਉੱਦਾਂ ਕਰਦੇ, ਮੁੰਡੇ ਕਰਦੇ ਨੇ, ਉਹ ਕਿਉਂ ਨਹੀਂ ਦਿਖਾਉਂਦੇ ਤੁਸੀਂ? ਆ ਮੁੰਡੇ ਨੇ ਕੀਤਾ, ਦਿਖਾਓ ਹੁਣ। ਜਿਵੇਂ ਵੀ ਜੋ ਅਮਨਦੀਪ ਹੈ ਉੱਧਰ ਰਹਿੰਦੇ, ਉਹਨਾਂ ਨਾਲ ਮੈਰਿਜ ਹੋਈ ਹੈ ਜੀ, ਹੋਇਆ। ਮੈਂ ਤਾਂ ਉਹਦਾ ਚਾਚਾ, ਮੈਂ ਅੱਡ ਫਿੱਡਾ, ਮੈਨੂੰ 9-10 ਸਾਲ ਹੋ ਗਏ ਅੱਡ ਹੋਇਆ ਇਹਨੂੰ, ਤੇ ਮੇਰਾ ਆਪਦਾ ਅੱਡ ਕਾਰੋਬਾਰ ਹੈ, ਸਭ ਕੁਝ ਮੇਰਾ ਅੱਡ ਉਹ ਰਹਿ ਰਿਹਾ, ਮੈਂ ਆਪਦੇ ਹੋ ਰਹਿ ਰਿਹਾ ਵੀ ਇਹਦੇ ਵਿੱਚ ਮੈਂ ਤਾਂ ਕੁਝ ਨਹੀਂ ਕਰ ਸਕਦਾ। ਉਹ ਤਾਂ ਉਹਨਾਂ ਨੇ, ਅਮਨਦੀਪ ਉਹਨਾਂ ਨੇ ਕਰਨਾ। ਜਦੋਂ ਉਹਨਾਂ ਨਾਲ ਆਹ ਕੁਝ ਕਰ ਰਹੇ ਨੇ ਤਾਂ ਫਿਰ ਉੱਥੇ ਉਹ ਚੀਜ਼ ਹੁੰਦੀ ਨੇ। ਮੈਨੂੰ ਕਹਿੰਦੇ ਤੂੰ ਘਰੇ ਜਾ ਕੇ ਦਿਖਾ, ਤੇਰੇ ਤੇ ਮੇਰੇ ਕੋਲ ਰਿਕਾਰਡਿੰਗ ਪਈ ਆ, ਉਹਦੀ ਵੌਇਸ ਰਿਕਾਰਡਿੰਗ, ਤੇਰੇ ਤੇ ਪਰਚਾ ਕਰੂੰ 307 ਦਾ, ਤੂੰ ਪੈਰ ਰੱਖ ਕੇ ਦਿਖਾ। ਮਨੀਸ਼ਾ ਗੁਲਾਟੀ ਕੋਲ ਤੱਕ ਜਾ ਕੇ ਮੈਂ ਲੈਟਰ ਪਿਆ ਹੁਣ ਉਹਨਾਂ ਕੋਲ ਵੀ ਮੈਨੂੰ ਘਰੇ ਬਿਠਾ ਦਿਓ। ਨਥਿੰਗ, ਓਨਲੀ ਪੇਪਰ ਵਰਕ ਹੀ ਹੁੰਦਾ, ਇਹਨਾਂ ਦਾ ਕੁਝ ਨਹੀਂ ਹੁੰਦਾ। ਅਸੀਂ ਤਾਂ ਕਹਿੰਦੇ ਵੀ ਉਰੀ ਧੀ ਵਸਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਮਨਵਿੰਦਰ ਸਿੰਘ ਟਿਵਾਣਾ। ਅੱਜ ਪਹੁੰਚੇ ਹਾਂ ਨਾਭਾ ਦਾ ਪਿੰਡ ਆ ਰਾਜਗੜ੍ਹ ਪਿੰਡ ਦੇ ਵਿੱਚ ਇੱਕ ਮਸਲਾ ਹੈ। ਇੱਥੇ ਇੱਕ ਪਰਿਵਾਰ ਆ ਬੈਠਾ ਏ, NRI ਪਰਿਵਾਰ ਆ, ਭੈਣ ਬੈਠੀ ਆ, ਬੱਚੇ ਨੇ ਨਾਲ। ਗੱਲ ਕਰਦੇ ਆ ਕੀ ਮਸਲਾ ਹੈ, ਕੀ ਮੈਟਰ ਆ, ਸਾਰੀ ਗੱਲ ਕਰਾਂਗੇ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਨਾਮ ਹੈ ਜੀ? ਅਨੁਪ੍ਰੀਤ ਕੌਰ। ਕੀ ਮਸਲਾ ਹੈ ਭੈਣ ਜੀ? ਇੱਥੇ ਬੈਠੇ ਹੋ ਤੁਸੀਂ, ਮੀਡੀਆ ਨੂੰ ਫੋਨ ਕੀਤਾ ਹੈ, ਕੀ ਮਸਲਾ ਕੀ ਹੈ ਸਰ? ਸਾਨੂੰ ਜੀ ਇਹ ਛੋਟੀ ਭੈਣ ਹੈ ਮੈਥੋਂ ਤੇ ਇਹ ਸਿਟੀਜ਼ਨ ਹੈ ਕੈਨੇਡਾ ਦੀ। ਇਹਨੂੰ 13-14 ਸਾਲ ਹੋ ਗਏ ਉੱਥੇ ਰਹਿੰਦੀ ਨੂੰ ਤੇ 2 ਸਾਲ ਪਹਿਲਾਂ ਇਹਨਾਂ ਦੀ ਮੈਰਿਜ ਹੋਈ ਹੈਗੀ। ਇੱਥੇ ਮੁੰਡਾ ਇੰਡੀਆ ਦਾ ਸੀਗਾ, ਇਹ ਸਿਟੀਜ਼ਨ ਸੀਗੀ ਤੇ ਮੈਰਿਜ ਹੋ ਗਈ ਮਤਲਬ ਕਿ 5-6 ਮਹੀਨੇ ਬਾਅਦ ਹੀ ਇਹ ਲੈ ਗਈ ਉਹਨੂੰ ਮੁੰਡੇ ਨੂੰ। ਜਦੋਂ ਉਹ ਪੀਆਰ ਹੋ ਗਿਆ ਉੱਥੇ ਜਾ ਕੇ ਉਸ ਤੋਂ ਬਾਅਦ ਉਹਨੇ ਬਸ ਹੌਲੀ ਹੌਲੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ। ਵਿੱਚ ਹੀ ਉਹਦੇ ਮਦਰ ਨੇਗੇ, ਮਦਰ ਉਹਦੇ ਵਿਜ਼ਟਰ ਵੀਜ਼ੇ ਤੇ ਸੀ, ਪਰ ਇਹਨੇ ਜਾ ਕੇ ਅੱਗੇ ਉਹਦਾ ਵੀਜ਼ਾ ਵੀ ਐਕਸਟੈਂਡ ਕਰਵਾਇਆ। ਅੱਗੇ 1 ਸਾਲ ਦਾ ਉਹਨੂੰ ਵੀਜ਼ਾ ਲੈਤਾ ਤਾਂ ਉਹਨਾਂ ਨੂੰ ਪੱਕਾ ਹੋ ਗਿਆ, ਭੈਣ ਵੀ ਉੱਥੇ ਆ, ਜਵਾਈ ਵੀ ਉੱਥੇ ਆ, ਉਹ ਸਿਕਿਉਰ ਹੋ ਗਏ ਵੀ ਸਾਡਾ ਇਹ ਕੁਝ ਨਹੀਂ ਵਿਗਾੜ ਸਕਦੇ। ਸਾਨੂੰ ਧਮਕੀਆਂ ਵੀ ਦਿੱਤੀਆਂ ਨੇ, ਕਹਿੰਦੇ ਅਸੀਂ ਤਾਂ ਇੰਡੀਆ 10 ਸਾਲ ਨਹੀਂ ਮੁੜਦੇ, ਤੁਸੀਂ ਸਾਡਾ ਕੀ ਕਰ ਲਓਗੇ। ਤੇ ਪ੍ਰੋਪਰਟੀ ਮੁੰਡੇ ਕੋਲ ਅਸੀਂ ਜ਼ਮੀਨ ਜਾਇਦਾਦ ਦੇਖ ਕੇ ਮਤਲਬ ਕਿ ਰਿਸ਼ਤਾ ਕੀਤਾ ਸੀ, ਵਧੀਆ ਸੀ, ਵਿਆਹ ਕੀਤਾ ਸੀਗਾ। ਤੇ ਹੁਣ ਕਹਿੰਦਾ ਮੈਂ ਕੋਈ ਤੈਨੂੰ ਪੈਸਾ ਨਹੀਂ ਦੇਣਾ ਜਾਇਦਾਦ ਚੋਂ। ਉਹਦੇ ਮਦਰ ਕਹਿੰਦੇ ਅਸੀਂ ਤਾਂ ਮੁੰਡਾ ਦੁਬਾਰੇ ਵਿਆਹਾਂਗੇ, ਨਾ ਤੁਸੀਂ ਸਾਨੂੰ ਗੱਡੀ ਦਿੱਤੀ ਆ, ਜਦ ਕਿ ਉਸ ਟਾਈਮ ਇਹ ਹੋਇਆ ਸੀ ਉਹ ਕਹਿੰਦੇ ਸੀ ਸਾਨੂੰ ਸਿਰਫ ਕੁੜੀ PR ਚਾਹੀਦੀ ਆ ਕੈਨੇਡਾ ਦੀ। ਉਹ ਤੇ ਇਹਨਾਂ ਦੀ ਮੈਰਿਜ ਤੋਂ ਬਾਅਦ ਹੀ 3-4 ਮਹੀਨਿਆਂ ਬਾਅਦ ਮੇਰਾ ਬ੍ਰਦਰ ਸੀਗਾ ਸਾਡੇ ਤੋਂ ਛੋਟਾ, ਅਨਮੈਰਿਡ, ਡੈਥ ਹੋ ਗਈ ਉਹਦੀ ਕੈਨੇਡਾ 'ਚ ਹੀ, ਉਹ ਵੀ ਸਿਟੀਜ਼ਨ ਸੀ ਉੱਥੋਂ ਦਾ। ਤਾਂ ਉਸ ਤੋਂ ਬਾਅਦ ਇਹਨੂੰ ਕਹਿੰਦਾ ਵੀ ਮੈਨੂੰ ਪ੍ਰੋਪਰਟੀ ਵੀ ਲਿਆ ਕੇ ਦੇ ਆਪਦੇ ਘਰੋਂ, ਘਰ ਦੇ ਸਾਡੀ ਸ਼ਹਿਰ 'ਚ ਜ਼ਮੀਨ ਜਾਇਦਾਦ ਹੈ, ਕਹਿੰਦਾ ਵੀ ਉਹ ਸਾਰਾ ਸਾਨੂੰ ਲਿਆ ਕੇ ਦੇ। ਪਹਿਲਾਂ ਤਾਂ ਇਹਨਾਂ ਨੇ ਐਡਜਸਟ ਕਰੀ ਗਈ, ਇਹ ਹੌਲੀ ਹੌਲੀ ਜਦੋਂ ਜ਼ਿਆਦਾ ਉਹ ਕਰਨਾ ਸ਼ੁਰੂ ਕਰਤਾ, ਤੰਗ ਕਰਨਾ ਸ਼ੁਰੂ ਕਰਤਾ। ਹਾਂ, ਇਹਨੇ ਉੱਥੇ ਪੁਲਿਸ ਕਾਲ ਵੀ ਕੀਤੀ ਹੈ ਕੈਨੇਡਾ 'ਚ, ਰਿਕਾਰਡ ਹੈਗਾ, ਪਰ ਫਿਰ ਵੀ ਇਹਨੇ ਇੰਨਾ ਜ਼ਿਆਦਾ ਉਹ ਨਹੀਂ ਕੀਤਾ ਵੀ ਚਲ ਮੇਰਾ ਹਸਬੈਂਡ ਹੈ, ਉੱਥੇ ਕੋਈ ਕੇਸ ਵਗੈਰਾ ਨਹੀਂ ਪਾਇਆ। ਇਹਨੇ ਤਾਂ ਸੀ ਵੀ ਚਲ ਡਰਾਬੇ ਨਾਲ ਠੀਕ ਆਜੂ। ਉਸ ਤੋਂ ਬਾਅਦ ਉਹ ਸੈਪਰੇਟ ਹੋ ਗਿਆ ਉਹਦੇ ਨਾਲੋਂ। ਫਿਰ ਉਹਨਾਂ ਨੇ ਸਕੀਮ ਲਾ ਲਈ, ਕਿਉਂਕਿ ਕੈਨੇਡਾ 'ਚ ਕਾਨੂੰਨ ਹੈ ਜੇ ਤੁਸੀਂ ਸ਼ੋਅ ਕਰਦੇ ਹੋ ਨਾ 1 ਸਾਲ ਅਲੱਗ ਰਹਿਣ ਦਾ, ਤਾਂ ਤੁਹਾਨੂੰ ਆਪਣੇ ਆਪ ਹੀ ਡਿਵੋਰਸ ਹੋ ਜਾਣਾ। ਹੁਣ ਵੀ ਇਹੀ ਧਮਕੀਆਂ ਦਿੰਦਾ ਸੀ। ਇਹਨਾਂ ਦੇ ਚਾਚੇ ਤਾਏ ਨੇ ਸਾਰੇ, ਇਹ ਸਾਡੇ ਮੂੰਹ ਤੇ ਕੁਛ ਨੇ, ਜਦੋਂ ਪੁਲਿਸ ਹੈ ਜਿਵੇਂ ਉਹਨਾਂ ਦੇ ਮੂੰਹ ਤੇ ਕੁਛ ਨੇਗੇ, ਹੈ ਨਾ, ਪਿੱਠ ਪਿੱਛੇ ਕੁਛ ਹੋਰ ਗੱਲ ਕਰਦੇ ਨੇ। ਸਾਨੂੰ ਕਹਿੰਦੇ ਨੇ ਵੀ ਹਾਂ ਇਹ ਮੁੰਡੇ ਦੀ ਚਾਹ ਸੀ ਵੀ ਮੈਨੂੰ ਕੁੜੀ ਕੈਨੇਡਾ ਵਾਲੀ ਮਿਲਣੀ ਚਾਹੀਦੀ ਹੈ, ਕਹਿੰਦੇ ਨਹੀਂ ਤਾਂ ਇਹਦਾ ਕਿੱਦਣ ਦਾ ਵਿਆਹ ਹੋ ਜਾਂਦਾ, ਵੀ ਇਹਨੇ ਲਾਲਚ ਪਿੱਛੇ ਵਿਆਹ ਕਰਵਾਇਆ। ਇਹ ਬੱਚਾ ਹੋਇਆ, ਗੁੜੀਆ ਕਿਉਂ ਹੋਈ, ਮੁੰਡਾ ਕਿਉਂ ਨਹੀਂ ਹੋਇਆ, ਇਹਦੇ ਮਦਰ ਇਨ ਲਾਅ ਕਹਿੰਦੇ।
ਇਸ ਗੱਲ ਤੇ ਵੀ ਬਹੁਤ ਉਹਨਾਂ ਨੇ ਉਹ ਕੀਤਾਗਾ ਵੀ ਹੋਣੀ ਨਹੀਂ ਚਾਹੀਦੀ। ਹੁਣ 6 ਮਹੀਨੇ ਹੋ ਗਏ ਇਹ ਇੰਡੀਆ ਆ ਗਈ ਅੱਕ ਕੇ, ਕਿਉਂਕਿ ਐਡਾ ਕੁ ਬੱਚਾ ਸੀ, ਕੰਮ ਨਹੀਂ ਕਰ ਸਕਦੀ ਉੱਥੇ, ਇੱਕ ਮੈਂਟਲੀ ਅਪਸੈਟ ਸੀ ਬਹੁਤ ਜ਼ਿਆਦਾ, ਇੱਕ ਤਾਂ ਬ੍ਰਦਰ ਦੀ ਡੈਥ ਹੋ ਗਈ, ਅਸੀਂ ਵੈਸੇ ਹੀ ਇੰਨਾ ਸਦਮੇ 'ਚ ਸੀਗੇ। ਤੇ ਉਸ ਤੋਂ ਬਾਅਦ ਇਹਦੇ ਨਾਲ ਉਹ ਕਰਨਾ ਸ਼ੁਰੂ ਕਰਤੇ। ਇੱਥੇ ਆ ਗਈ, ਇੱਥੇ ਆ ਕੇ ਕਹਿੰਦਾ ਨਾ ਤੂੰ ਮੇਰੇ ਘਰ ਵੜ ਸਕਦੀ ਆ, ਨਾ ਮੈਂ ਤੈਨੂੰ ਜਾਇਦਾਦ ਚੋਂ ਕੁਛ ਦੇਵਾਂ, ਬੱਚੇ ਦਾ ਕੋਈ ਖਰਚਾ ਨਹੀਂ ਦਿੰਦਾ। ਚਾਚੇ ਤਾਏ ਸਾਡੀ ਕਿਸੇ ਨੇ ਕੋਈ ਨਹੀਂ ਸੁਣੀ। ਅਸੀਂ ਨਾਭੇ ਇੱਥੇ ਵੀ ਆਉਂਦੇ ਰਹੇ ਹਾਂ, ਪੁਲਿਸ ਕੋਲ, ਸੰਗਰੂਰ ਵੀ, ਕੋਈ ਸੁਣਵਾਈ ਨਹੀਂ ਕਿਤੇ ਵੀ ਸਾਡੀ ਹੋਈ, ਕਿਸੇ ਨੇ ਨਹੀਂ ਸਾਡੀ ਹਜੇ ਤੱਕ ਸੁਣੀ। ਸਾਡੇ ਕੋਲ ਹੁਣ ਸਟੈਪ ਇਹੀ ਸੀਗਾ ਵੀ ਅਸੀਂ ਆਹੀ ਕਰ ਸਕਦੇ ਹਾਂ, ਕਿਉਂਕਿ ਹਰ ਕੋਈ ਕਹਿ ਦਿੰਦਾ ਮੁੰਡੇ ਤੇ ਕੋਈ ਕੇਸ ਨਹੀਂ ਜੀ ਬਣਦਾ, ਉਹ ਤਾਂ ਕੈਨੇਡਾ ਰਹਿੰਦਾ, ਅਸੀਂ ਕੁਛ ਨਹੀਂ ਕਰ ਸਕਦੇ। ਹੁਣ ਤੁਸੀਂ ਦੱਸੋ ਅਸੀਂ ਕੀ ਕਰੀਏ? ਇਹ ਕਿੱਥੇ ਰਹੇ ਜਾ ਕੇ? ਨਾ ਤਾਂ ਸਾਡੀ ਕੋਈ ਸੁਣਵਾਈ ਹੈ, ਨਾ ਚਾਚੇ ਤਾਏ ਨਹੀਂ ਸੁਣਦੇ ਹੈਗੇ, ਉਹ ਸਗੋਂ ਖਿਲਾਫ ਹੀ ਹੋ ਜਾਂਦੇ ਨੇ। ਤੁਸੀਂ ਉਹਦਾ ਹੱਕ ਤਾਂ ਉਹਨੂੰ ਦਿਓ ਨਾ। ਕੋਈ ਰਿਸ਼ਤੇਦਾਰਾਂ ਨਾਲ ਬੈਠ ਕੇ ਕੋਈ ਗੱਲ ਨਹੀਂ ਹੋਈ? ਸਾਰੇ ਚਾਚੇ ਤਾਏ ਪੰਚਾਇਤਾਂ ਆਈਆਂ ਨੇ, ਸਾਡੇ ਪਿੰਡ ਦੀਆਂ ਵੀ ਆਈਆਂ ਨੇ। ਅੱਜ ਸਾਡੇ ਰਿਸ਼ਤੇਦਾਰ 20-25 ਜਣੇ ਸਾਡੇ ਰਿਸ਼ਤੇਦਾਰ ਇੱਥੇ ਆਏ ਨੇਗੇ, ਉਹ ਉਧਰ ਦੂਜੇ ਘਰ ਬੈਠੇ ਨੇਗੇ, ਕਿਉਂਕਿ ਇਹ ਕਹਿੰਦੇ ਵੀ ਪੁਲਿਸ ਵਾਲੇ ਕਹਿੰਦੇ ਵੀ ਇੱਥੋਂ ਜਾਓ ਤੁਸੀਂ, ਅਸੀਂ ਖੜਨ ਨਹੀਂ ਦਿੰਦੇ। ਹੁਣ ਵੀ ਸਾਨੂੰ ਉਹ ਕਰ ਰਹੇ ਨੇ ਪ੍ਰੈਸ਼ਰਾਈਜ਼, ਵੀ ਸਾਨੂੰ ਪ੍ਰੈਸ਼ਰ ਆ ਬਹੁਤ ਵੀ ਤੁਸੀਂ ਘਰੋਂ ਨਿਕਲੋ, ਅਸੀਂ ਤੁਹਾਨੂੰ ਕੱਢਾਂਗੇ। ਤੁਸੀਂ ਖੁਦ ਸੋਚੋ ਹੁਣ ਅਸੀਂ ਕਿੱਥੇ ਜਾਈਏ? ਇਸ ਤੋਂ ਬਾਅਦ ਸਾਡਾ ਕੀ ਹੱਲ ਹੈਗਾ? ਤੇ ਭੈਣੇ ਕਿਉਂ ਨਹੀਂ ਉਹ ਜਦੋਂ ਤੁਸੀਂ ਕਹਿ ਰਹੇ ਹੋ ਕਿ ਉੱਥੇ 1 ਸਾਲ ਜੇ ਅਲੱਗ ਰਹਿਣ, ਉੱਥੇ ਇਕੱਠੇ ਰਹਿੰਦੇ ਸੀਗੇ? ਇਕੱਠੇ ਹੀ ਰਹਿੰਦੇ ਸੀ ਜੀ, ਪਰ ਸਾਨੂੰ ਪਤਾ ਨਹੀਂ ਸੀ। ਇਹ ਉੱਥੇ ਕਾਨੂੰਨ ਹੈ ਕੈਨੇਡਾ 'ਚ ਵੀ, ਜੇ 1 ਸਾਲ ਤੁਸੀਂ ਰਹਿਣਾ ਪੈਂਦਾ ਤੁਹਾਨੂੰ ਕਿਸੇ ਵੀ ਸਟੇਟ ਦੇ ਵਿੱਚ ਡਿਵੋਰਸ ਲੈਣ ਲਈ, 1 ਸਾਲ ਤੁਹਾਨੂੰ ਇਕੱਠੇ ਰਹਿਣਾ ਪਊ। 1 ਸਾਲ ਤੋਂ ਮੈਨੂੰ ਲੱਗਦਾ 1 ਮਹੀਨਾ ਹੀ ਉੱਤੇ ਹੋਇਆ। ਉਹਨੇ 15 ਦਿਨਾਂ 'ਚ ਤੇ 3 ਵਾਰ ਹੱਥ ਚੱਕੇ ਉਸ ਬੰਦੇ ਨੇ, ਬਹੁਤ ਇਹਨੂੰ ਜ਼ਿਆਦਾ ਮਾਰਿਆ ਕੁੱਟਿਆ। ਤੇ ਇਹਦੇ ਮਦਰ ਇਨ ਲਾ ਕੋਲ ਖੜੇ ਰਹੇ ਨੇ। ਨੰਦ ਨੂੰ ਵੀ ਅਸੀਂ ਫੋਨ ਕੀਤਾ, ਨੰਦ ਕਹਿੰਦੀ ਅਸੀਂ $100 ਖਰਚਾ ਬੰਨ ਦਾਂਗੇ, ਅਸੀਂ ਕੁਛ ਨਹੀਂ ਦੇਣਾ ਹੈਗਾ ਇਹਨੂੰ। ਉਹ ਮਤਲਬ ਕਿ ਪੈਸੇ ਦਾ ਜ਼ੋਰ ਦਿਖਾ ਰਹੇ ਨੇ ਸਾਡੇ ਤੇ ਵੀ ਅਸੀਂ ਅਮੀਰ ਬੰਦੇ ਹਾਂ, ਅਸੀਂ ਪੈਸਾ ਧੱਕ ਕੇ ਸਭ ਕੁਝ ਕਰ ਲਾਂਗੇ। ਤੇ ਭੈਣੇ ਇੱਥੇ ਕਦੋਂ ਆਏ ਨੇ, ਇੰਡੀਆ ਕਦੋਂ? ਇਹਨੂੰ 6 ਮਹੀਨੇ ਹੋ ਗਏ ਜੀ ਆਈ ਨੂੰ। ਤੇ ਇੱਥੇ ਘਰ 'ਚ ਕਦੋਂ ਆਏ ਨੇ ਜੀ? ਅੱਜ ਹੀ ਆਏ ਆ ਜੀ ਅਸੀਂ। ਹਾਂ, ਤੇ ਘਰ 'ਚ ਕਿੱਦਾਂ ਫਿਰ, ਜਿੱਦਾਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਜਿੰਦੇ ਤੋੜੇ ਨੇ ਜਾਂ ਹੋਰ ਇਦਾਂ, ਕਿੱਦਾਂ ਆਏ ਹੋ ਘਰ 'ਚ ਅੰਦਰ? ਕੋਈ ਜਿੰਦਾ ਨਹੀਂ ਜੀ ਅਸੀਂ ਤੋੜਿਆਗਾ, ਕਿਉਂਕਿ ਇੰਨਾ ਕੁ ਤਾਂ ਹੁਣ ਇੱਥੇ ਰਹੀ ਹੈ ਇਹ, ਵਿਆਹ ਤੋਂ ਬਾਅਦ ਵੀ ਇਹਨੂੰ ਪਤਾ ਹੀ ਸੀਗਾ ਐਵੇਂ ਦਾ ਕੋਈ ਲੋਕ ਨਹੀਂ ਸੀਗਾ। ਤੇ ਉਹ ਲੋਕ ਨੂੰ ਮਤਲਬ ਕਿ ਥੋੜਾ ਜਿਹਾ ਉਹ ਕਰਕੇ ਇਹਨਾਂ ਨੇ ਉਹ ਕਰ ਲਿਓ, ਤੁਸੀਂ ਦੇਖ ਵੀ ਸਕਦੇ ਹੋਗੇ ਜਾ ਕੇ। ਕੋਈ ਐਵੇਂ ਤੋੜਨ ਵਾਲੀ ਕੋਈ ਚੀਜ਼ ਨਹੀਂ, ਅੰਦਰ ਕੋਈ ਤੋੜ ਭੰਨ ਨਹੀਂ ਹੈਗੀ, ਕੁਛ ਨਹੀਂ। ਅਸੀਂ ਪੁਲਿਸ ਵਾਲੇ ਨੇ ਇਹ ਵੀ ਕਿਹਾ ਵੀ ਦੇਖੋ ਮੈਰਿਜ ਤੋਂ ਬਾਅਦ ਆਪਣਾ ਸਾਰਾ ਸਮਾਨ ਆਪਣੇ ਸਹੁਰੇ ਹੀ ਹੁੰਦਾ ਹੈ ਨਾ, ਇਹਦਾ ਜਿੰਨਾ ਕੱਪੜਾ ਲੀੜਾ ਸਭ ਕੁਝ ਇੱਥੇ ਸੀ। ਸਾਨੂੰ ਉਹਨਾਂ ਨੇ ਇੱਕ ਚੀਜ਼ ਨਹੀਂ ਉਹ ਕਰਨ ਦਿੱਤੀ, 골ਡ ਤੱਕ ਸੋਨਾ ਉਹ ਉਹਨਾਂ ਦੇ ਲੋਕਰ 'ਚ। ਸਾਨੂੰ ਤਾਂ ਪਤਾ ਨਹੀਂ ਸੀ ਵੀ ਉਹ ਬੰਦੇ ਸਕੀਮ ਲਾ ਰਹੇ ਨੇ ਸਾਡੇ ਤੇ। ਨਹੀਂ, ਅਸੀਂ ਪਹਿਲਾਂ ਹੀ ਆਪਣਾ ਸੋਚ ਕੇ ਰੱਖਦੇ, ਸਾਡਾ ਜਿਹੜਾ ਸੋਨਾ ਅਸੀਂ ਨੇ ਪਾਇਆ ਸੀ ਉਹ ਵੀ, ਜਿਹੜਾ ਇਧਰੋਂ ਪਿਆ ਸੀ ਉਹ ਵੀ, ਸਾਰਾ ਉਹਨਾਂ ਦਾ ਉੱਥੇ ਹੀ ਪਿਆਗਾ ਲੋਕਰ 'ਚ। ਭੈਣੇ ਆਰੋਪ ਇਹ ਵੀ ਲਗਾ ਸਕਦੇ ਨੇ ਕਿ ਧੱਕੇ ਨਾਲ ਸਾਡੇ ਘਰੇ ਬੜੇ, ਸਾਡਾ ਇਹ ਸਮਾਨ ਗਾਇਬ ਹੋ ਗਿਆ, ਇਹ ਹੋ ਗਿਆ, ਇਦਾਂ ਦੇ ਆਰੋਪ ਵੀ ਲੱਗ ਸਕਦੇ। ਪਰ ਸਾਡੀ ਸੁਣਵਾਈ ਤਾਂ ਹੋਵੇ ਨਾ। ਜੇ ਹੁਣ ਕੋਈ ਕੁੜੀ ਵਿਆਹੀ ਜਾਂਦੀ ਹੈ, ਉਹ ਆਪਣੇ ਸਹੁਰੇ ਹੀ ਆਊਗੀ, ਪੇਕੇ ਤਾਂ ਨਹੀਂ ਨਾ ਰਹਿੰਦੀ। ਫਿਰ ਸਾਡੀ ਸੁਣਵਾਈ ਹੋਵੇ, ਕੋਈ ਸੁਣਦਾ ਹੀ ਨਹੀਂ ਹੈਗਾ। ਜਿਹੜਾ ਉਹਦਾ ਹੱਕ ਆ ਉਹ ਤਾਂ ਦਵਾਇਆ ਜਾਵੇ। ਜੇ ਅਸੀਂ ਜਾਂਦੇ ਹਾਂ ਪੁਲਿਸ ਕੋਲੋਂ, ਕਹਿੰਦੇ ਨੇ ਮੁੰਡਾ ਇੱਥੇ ਹੈ ਨਹੀਂ, ਅਸੀਂ ਕੀ ਕਰੀਏ? ਫਿਰ ਤੁਸੀਂ ਦੱਸੋ ਅਸੀਂ ਕੀ ਮੰਗ ਕਰਦੇ? ਅਸੀਂ ਤਾਂ ਇਹੀ ਕਹਿੰਦੇ ਵੀ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ। ਹਾਂਜੀ ਭੈਣੇ ਕੀ ਨਾਮ ਆ? ਪਰਮਿੰਦਰ ਕੌਰ ਜੀ। ਕਿੱਦਾਂ ਕੀ ਮੈਟਰ ਹੋਇਆ ਭੈਣੇ ਤੁਹਾਨੂੰ ਇੱਥੇ ਆਉਣਾ ਪਿਆ? ਤੇ ਘਰ 'ਚ ਤੁਸੀਂ ਕਹਿ ਰਹੇ ਹੋ ਕਿ ਕਿਤੇ ਰਹਿਣ ਨੂੰ ਜਗ੍ਹਾ ਵੀ ਨਹੀਂ ਹੈਗੀ, ਕੈਨੇਡਾ ਛੱਡ ਕੇ ਤੁਸੀਂ ਆ ਗਏ। ਕੈਨੇਡਾ 'ਚ ਜਿੱਦਾਂ ਆਫਟਰ ਈਅਰ ਉਹਨਾਂ ਨੇ ਮੈਨੂੰ ਟੌਰਚਰ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਮੈਨੂੰ ਨਹੀਂ ਪਤਾ ਸੀ ਉਹ ਲਾਹੌਰਾਂ ਕੋਲ ਜਾਂਦੇ ਹਨਾ, ਕਿ ਉਹਨਾਂ ਦੇ ਦਿਮਾਗ 'ਚ ਚੱਲਦਾ। ਮੈਨੂੰ ਤਾਂ ਇਦਾਂ ਸੀ ਮੇਰੇ ਹਸਬੈਂਡ ਨਾਲ ਵੀ ਸਾਰਾ ਕੁਝ ਸਹੀ ਚੱਲੀ ਜਾਂਦਾ, ਚਲ ਥੋੜਾ ਬਹੁਤ ਹੁੰਦਾ ਹਰ ਇੱਕ ਘਰ 'ਚ ਹਨਾ। ਮਦਰ ਇਨ ਲਾ ਉਹ ਕਰਦੇ ਰਹਿੰਦੇ ਸੀ, ਮੇਰੀ ਨਣਦ ਪਰੇਸ਼ਾਨ ਕਰਦੀ ਸੀ ਮੈਨੂੰ ਇਦਾਂ ਸੀ ਚਲ ਹਸਬੈਂਡ ਠੀਕ ਆ, ਬਿਕੋਜ਼ ਮੈਨੂੰ ਨਹੀਂ ਪਤਾ ਸੀ ਉਹਨਾਂ ਦੇ ਅੰਦਰ ਕੀ ਆ ਹਨਾ। ਮੇਰੀ ਬੇਟੀ 1.5 ਸਾਲ ਦੀ ਆ, 18 ਮੰਥਸ ਦੀ ਹਨਾ। ਤੇ ਉਹਨਾਂ ਨੇ ਮੈਨੂੰ 1 ਮਹੀਨੇ 'ਚ 3 ਵਾਰ ਲਈ ਕੁੱਟਿਆ ਉਹਨਾਂ ਨੇ ਮੈਨੂੰ। ਮੈਂ 2 ਵਾਰ ਕਾਲ ਨਹੀਂ ਕੀਤੀ 911, 3rd ਟਾਈਮ ਕੀਤੀ, ਪੁਲਿਸ ਆਈ, ਉਹ ਕਹਿੰਦੀ 24 ਆਵਰਸ ਲਈ ਸੈਪਰੇਟ ਹੋ ਜਾਓ, ਵੀ ਠੰਡੇ ਹੋ ਜਾਓ, ਫਿਰ ਸੋਚ ਲਿਓ ਕੀ ਕਰਨਾ। ਮੈਂ ਕਿਹਾ ਚਲੋ ਠੀਕ ਆ ਹਨਾ। ਫਿਰ ਮੇਰੇ ਹਸਬੈਂਡ ਚੱਲ ਗਏ ਉੱਥੋਂ। ਮੈਂ ਉਹਨਾਂ ਨੂੰ ਰੋਜ਼ ਮੈਸੇਜ ਕਰਿਆ ਕਰਾਂ, ਫੋਨ ਕਰਿਆ ਕਰਾਂ ਵੀ ਆ ਜਾਓ, ਆਪਾਂ ਹੁਣ ਕੀ ਕਰਨਾ ਅੱਗੇ ਹਨਾ, ਵੀ ਜਿਹੜਾ ਕੁਝ ਹੋ ਗਿਆ ਚਲੋ ਤੁਹਾਡੇ ਤੋਂ ਗਲਤੀ ਹੋ ਗਈ ਜਾਂ ਮੇਰੇ ਤੋਂ, ਉਹਨੂੰ ਆਪਾਂ ਛੱਡ ਦਿੰਦੇ, ਆਪਾਂ ਅੱਗੇ ਵਧੀਏ, ਬੱਚੇ ਬਾਰੇ ਸੋਚੀਏ। 1 ਮਹੀਨਾ ਮੈਂ ਉੱਥੇ ਇਕੱਲੀ ਰਹੀ ਹਾਂ। ਮੈਂ ਮੈਂਟਲੀ ਇੰਨਾ ਅਪਸੈਟ ਹੋ ਗਈ, ਨਾ ਤਾਂ ਮੈਂ ਕੰਮ ਕਰ ਸਕਦੀ ਸੀ, ਰੈਂਟ ਤੇ ਬੈਠੀ ਸੀ, ਮੇਰੇ ਕੋਲ ਕੋਈ ਖਰਚਾ ਨਹੀਂ ਸੀਗਾ, ਬੱਚਾ ਸੰਭਾਲਣਾ ਸੀ ਮੈਂ। ਉਹ ਤਾਂ ਛੱਡ ਕੇ ਚੱਲ ਗਿਆ, ਉਹ ਤਾਂ ਆਰਾਮ ਨਾਲ ਕਦੇ ਕੀਤੇ ਵੀ ਮੈਂ ਪੱਕਾ ਹੋ ਗਿਆ ਮੈਨੂੰ ਤੇਰੀ ਲੋੜ ਨਹੀਂ ਆ। ਫਿਰ ਮੈਂ ਅੱਕ ਕੇ ਮੈਂ ਕਿਹਾ ਹੁਣ ਮੇਰੇ ਕੋਲ ਘਰੇ ਮੇਰੇ ਕੋਲ ਕੁਝ ਵੀ ਨਹੀਂ ਹੈ ਇੱਥੇ, ਮੈਂ ਇੰਡੀਆ ਚੱਲ ਜਾਂਦੀ ਹਾਂ। ਮੈਨੂੰ ਨਹੀਂ ਪਤਾ ਸੀ ਉਹਨੇ ਕੀ ਕਰਨਾ ਅੱਗੇ। ਮੈਂ ਇੰਡੀਆ ਆ ਗਈ ਆਪਣੇ ਘਰ, ਇੱਥੇ ਮੈਨੂੰ ਕਿਸੇ ਨੇ ਵੜਨ ਨਹੀਂ ਦਿੱਤਾ। ਅਸੀਂ ਬਹੁਤ ਟਰਾਈ ਕੀਤਾ। ਇੱਥੇ ਕੌਣ ਰੋਕਦਾ ਸੀਗਾ? ਪੂਰੀ ਫੈਮਿਲੀ? ਚਾਚਾ ਸਹੁਰਾ, ਉਹਨਾਂ ਦਾ ਨਾਂ ਹੈਗਾ ਜਸਵੀਰ ਸਿੰਘ। ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਵੀ ਚਾਚਾ ਤੁਸੀਂ ਮੇਰੇ ਚਾਚਾ ਜੀ ਬਣੋ, ਚੱਲਣ ਮੈਂ ਤੁਹਾਡੀ ਨੂੰਹ ਆ, ਧੀ ਆ, ਤੁਸੀਂ ਮੇਰੀ ਹੈਲਪ ਕਰੋ। ਤੁਹਾਡਾ ਮੁੰਡਾ ਗਲਤ ਕਰੇ, ਐਟਲੀਸਟ ਤੁਸੀਂ ਤਾਂ ਨਾ ਗਲਤ ਕਰੋ ਮੇਰੇ ਨਾਲ। ਨਹੀਂ, ਸਾਰੇ ਉਹਦੇ ਨਾਲ ਲੱਗੇ ਆ, ਸਾਰੇ ਉਹਦੇ ਨਾਲ ਲੱਗਦੇ ਆ, ਸਾਰੀ ਪੰਚਾਇਤ, ਸਾਰਾ ਕੁਝ। ਕਿ 6 ਮਹੀਨੇ ਹੋ ਗਏ ਸਾਨੂੰ ਇਹ ਕੁਛ ਕਰਦੇ ਨੇ। ਪੁਲਿਸ ਕੋਲ ਜਾਂਦੇ ਆ, ਉਹ ਤਾਂ ਹੈ ਨਹੀਂ ਜੀ, ਮੈਨੂੰ ਇਹ ਸਗੋਂ ਹਰਾਸ ਕਰਦੇ ਆ ਸਾਰੇ ਜਿੱਥੇ ਜਾਂਦੀ ਆ। ਬੱਚੇ ਦਾ ਨਹੀਂ ਕੋਈ ਸੋਚਦਾ ਹੈਗਾ, ਉਹ ਪੈਸੇ ਦੇ ਦਿੰਦਾ ਸਭ ਨੂੰ, ਕਿਉਂਕਿ ਬਾਹਰ ਡਾਲਰ ਕਮਾ ਰਿਹਾ ਬੈਠਾ, ਮੇਰੇ ਸਾਰੇ ਕਮਾ ਰਿਹਾ ਉਹ। ਮੈਂ ਲੈ ਕੇ ਗਈ, ਮੈਂ ਇੱਥੇ ਰੁਲ ਰਹੀ ਹਾਂ, ਮੈਂ ਕਦੇ ਪੁਲਿਸ 'ਚ ਨਹੀਂ ਗਈ ਸੀ, ਇੱਥੇ ਮੈਂ ਸਾਰੇ ਕਿਤੇ ਫਿਰਦੀ ਹਾਂ ਬੱਚੇ ਨੂੰ ਲੈ ਕੇ। ਉਹ ਅੱਜ ਵੀ ਇੱਥੇ ਆਈ ਹਾਂ,
ਅੱਜ ਪੁਲਿਸ ਤਾਂ ਮੈਨੂੰ ਉਹ ਕਰ ਰਹੀ ਹੈ ਵੀ ਤੂੰ ਗਲਤ ਕੀਤਾ। ਮੈਨੂੰ ਸਮਝ ਨਹੀਂ ਲੱਗਦੀ ਮੈਂ ਕਿੱਥੇ ਗਲਤ ਆ। ਆਪਣਾ ਬੱਚਾ ਪਾਲਣਾ ਮੈਂ, ਉਹਨੂੰ ਤਾਂ ਮਿਲ ਗਿਆ ਛੱਡ ਕੇ ਹੈ ਨਾ। ਉਹ ਤਾਂ ਕਹਿੰਦਾ ਮੈਂ ਹੋਰ ਵਿਆਹ ਕਰਾ ਲੂੰ। ਮੈਂ ਆਪਣੇ ਬੱਚੇ ਲੈ ਕੇ ਕਿੱਥੇ ਜਾਵਾਂ? ਮੈਂ ਕੁਝ ਮੰਗ ਰਹੀ ਹਾਂ? ਮੈਂ ਸਿਰਫ ਘਰੇ ਬੈਠਣਾ, ਆਪਣਾ ਬੱਚਾ ਪਾਲਣਾ, ਇਹਨੂੰ ਵੱਡਾ ਕਰੂੰ। ਉਹ ਇੱਕ ਨਹੀਂ 2 ਵਿਆਹ ਕਰਾਵੇ, ਉੱਥੇ 10 ਸਾਲ ਨਾ ਆਵੇ। ਐਟਲੀਸਟ ਮੈਨੂੰ ਤਾਂ ਮੇਰੇ ਰਾਈਟਸ ਦਿਓ ਨਾ, ਜੋ ਮੇਰਾ ਬਣਦਾ। ਬੱਚਾ ਸਾਡਾ ਹੀ ਆ ਨਾ, ਮੇਰੇ ਕੋਲ ਸਾਰੇ ਪ੍ਰੂਫ ਪਏ ਆ, ਮੈਰਿਜ ਸਰਟੀਫਿਕੇਟ ਪਏ ਆ। ਮੈਨੂੰ ਸਮਝ ਨਹੀਂ ਲੱਗਦੀ ਵੀ ਸਿਸਟਮ ਕਿੱਥੇ ਆ, ਪੁਲਿਸ ਕਿੱਥੇ ਆ, ਉਹ ਮੇਰੀ ਕਿਉਂ ਨਹੀਂ ਹੈਲਪ ਕਰਦੀ? ਐਮ ਅ ਵੂਮਨ, ਇੱਥੇ ਵੂਮਨ ਸੈੱਲ ਕਿੱਥੇ ਆ? ਉਹ ਕਿੱਥੇ ਨੇ ਹੈਲਪ ਕਰਨ ਵਾਲੇ? ਕਿੱਥੇ ਨੇ? ਮੈਨੂੰ ਉੱਦਾਂ ਸੋਸ਼ਲ ਵਰਕਰ ਹੁੰਦੇ ਆ ਇਹ ਉਹ, ਪਰ ਇੱਥੇ ਕੋਈ ਵੀ ਨਹੀਂ ਆ। ਉਲਟਾ ਮੈਨੂੰ ਕਹਿੰਦੇ ਤੈਨੂੰ ਕਿਵੇਂ ਨਾ ਕਿਵੇਂ ਲੈ ਕੇ ਜਾਣਾ। ਪਰ ਟਰਸਟ ਮੀ, ਮੈਂ ਇੱਥੇ ਮਰ ਜੂੰਗੀ, ਕੁਝ ਵੀ ਕਰ ਲਾਂ ਮੈਂ, ਕਿਉਂਕਿ ਮੈਂ ਅੱਕ ਚੁੱਕੀ ਹਾਂ ਲਾਈਫ ਤੋਂ ਵੀ। ਨਾ ਮੇਰੇ ਬ੍ਰਦਰ, ਅਸੀਂ ਦੋਨੋਂ ਭੈਣਾਂ ਹੀ ਆ, ਠੀਕ ਆ। ਮੈਂ ਅੱਜ ਕੁਝ ਵੀ ਕਰ ਲੂੰਗੀ, ਮੈਂ ਤੁਹਾਨੂੰ ਹੁਣੇ ਔਨ ਕੈਮਰਾ ਕਹਿ ਰਹੀ ਹਾਂ, ਮੈਂ ਕੁਝ ਵੀ ਕਰ ਸਕਦੀ ਹਾਂ, ਪਰ ਮੈਂ ਇੱਥੋਂ ਨਹੀਂ ਜਾਊਂਗੀ। ਮੇਰੇ ਤੇ ਜੋ ਪਰਚਾ ਕਰਨਾ ਕਰ ਲਓ, ਮੈਂ ਇੱਥੇ ਮਰ ਕੇ ਨਿਕਲੂੰਗੀ, ਪਰ ਮੈਂ ਨਹੀਂ ਜਾਣਾ। ਨਹੀਂ ਭੈਣੇ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਬਾਹਰ ਜਾਣ ਦਾ ਹੀ ਲਾਲਚ ਸੀਗਾ ਜਿਹੜਾ ਉਹਨਾਂ ਨੂੰ। ਬਿਲਕੁਲ ਬਿਲਕੁਲ। ਜਿਹੜੇ ਬੰਦੇ ਨੂੰ ਆਪਣੇ ਬੱਚੇ ਦਾ ਤੁਸੀਂ ਚੱਲ ਮੇਰੇ ਤੋਂ ਪ੍ਰੋਬਲਮ ਹੋਣੀ, ਬੱਚੇ ਦਾ ਮਾਸੂਮ ਦਾ ਕੀ ਆ? ਬੰਦਾ ਕਦੇ ਤਾਂ ਕਾਲ ਕਰ ਲੈਂਦਾ। ਸਾਨੂੰ ਸਾਰਿਆਂ ਨੂੰ ਬਲੌਕ ਕਰ ਰੱਖਿਆ, ਸਾਰੇ ਕਿਤੋਂ ਬੱਚੇ ਦਾ ਫੋਟੋ ਡਿਲੀਟ ਨੇ। ਵੀ ਮੇਰਾ ਤਾਂ ਬੱਚਾ ਨਹੀਂ, ਨਾ ਮੈਂ ਵਿਆਹਿਆ ਹੋਇਆ, ਮੈਂ ਤਾਂ ਹੋਰ ਵਿਆਹ ਕਰਾਊਂ, ਅਨਮੈਰਿਡ ਦੀ ਤਰ੍ਹਾਂ ਘੁੰਮਦਾ, ਵਧੀਆ ਪੈਸੇ ਕਮਾਉਂਦਾ। ਮੈਂ ਸਾਰੇ ਲਾਇਸੈਂਸ ਦਵਾਏ ਉਹਨੂੰ ਊੜੇ ਤੋਂ ਆੜਾ ਨਹੀਂ ਆਉਂਦਾ ਸੀ ਬੰਦੇ ਨੂੰ। ਮੈਂ ਨਾਲ ਲੈ ਕੇ ਗਈ ਹਾਂ ਤੈਨੂੰ ਵਿਆਹ ਤੋਂ ਬਾਅਦ, ਉਹਦੀ ਰਾਈਟ ਅਵੇ, ਅਸੀਂ ਇਕੱਠੇ ਗਏ ਹਾਂ। ਜੇ ਮੇਰੇ ਦਿਲ 'ਚ ਹੁੰਦਾ ਨਾ, ਮੈਂ ਉਹਨੂੰ ਲੈ ਕੇ ਨਾ ਜਾਂਦੀ। ਕੁੜੀਆਂ ਕਿਉਂ ਨਹੀਂ ਲੈ ਕੇ ਜਾਂਦੀ? ਆਪਾਂ ਕਹਿੰਦੇ ਨੇ ਕੁੜੀਆਂ ਇੱਦਾਂ ਕਰਦੀਆਂ ਨੇ, ਉੱਦਾਂ ਕਰਦੇ ਨੇ। ਮੁੰਡੇ ਕਰਦੇ ਨੇ, ਉਹ ਕਿਉਂ ਨਹੀਂ ਦਿਖਾਉਂਦੇ? ਤੁਸੀਂ ਆਹ ਮੁੰਡੇ ਨੇ ਕੀਤਾ, ਦਿਖਾਓ ਹੁਣ। ਕੁੜੀਆਂ ਦਾ ਨਾਂ ਲਾਉਂਦੇ ਹੋ ਨਾ ਤੁਸੀਂ, ਲੈ ਕੇ ਨਹੀਂ ਜਾਂਦੇ ਤਾਂ ਨਹੀਂ ਲੈ ਕੇ ਜਾਂਦੀਆਂ। ਮੈਂ ਕਹਿੰਦਾ ਲੈ ਕੇ ਨਾ ਜਾਓ, ਜੇ ਮੈਨੂੰ ਪਤਾ ਹੁੰਦਾ ਮੈਂ ਕਦੀ ਨਾ ਲੈ ਕੇ ਜਾਂਦੀ। ਆਪਣਾ ਘਰ ਮੇਰਾ ਖਰਾਬ ਹੋ ਗਿਆ ਨਾ ਕੈਨੇਡਾ ਪਿੱਛੇ। ਮੈਂ ਸਿਟੀਜ਼ਨ 12 ਸਾਲ ਰਹੀ ਹਾਂ ਉੱਥੇ, ਮੈਂ ਮਿਹਨਤ ਕੀਤੀ, ਹਾਰਡ ਵਰਕ ਕੀਤਾ। ਮੈਂ ਇੱਥੇ ਬੈਠੀ ਹਾਂ, ਬੰਦਾ 2 ਸਾਲ ਨਹੀਂ ਹੋਏ ਉਹਨੂੰ, ਉਹ ਉੱਥੇ ਸੈਟਲ ਕਿੱਦਾਂ ਹੋ ਗਿਆ? ਇੱਥੇ ਪ੍ਰਸ਼ਾਸਨ ਨਾਲ ਕੋਈ ਗੱਲ ਨਹੀਂ ਕੀਤੀ, ਪੁਲਿਸ ਨਾਲ? ਜੋ ਇੱਦਾਂ ਪ੍ਰਸ਼ਾਸਨ ਸਿਸਟਮ ਆ ਜਿਹੜਾ, ਮੈਨੂੰ ਸੀਗਾ ਲਾਈਕ ਮੇਰੇ ਦਿਲ 'ਚ ਇਹ ਨਹੀਂ ਸੀ ਵੀ ਇਹ ਡਿਵੋਰਸ ਤੱਕ ਜਾਏਗਾ ਜਾਂ ਮੈਨੂੰ ਇੰਨਾ ਤੰਗ ਕਰੂ। ਮੈਨੂੰ ਲੱਗਾ ਗੁੱਸਾ ਗਿਲਾ ਵੀ, ਚੱਲ ਮੈਂ ਇੰਡੀਆ ਚੱਲ ਜਾਣਾ, ਥੋੜ੍ਹੇ ਠੰਡੇ ਪੈ ਜਾਵਾਂਗੇ, ਮੈਂ ਆਪਣੇ ਘਰ ਰਹਿ ਲੈਂਦੀ ਹਾਂ। ਮੈਨੂੰ ਨਹੀਂ ਪਤਾ ਸੀ ਉਹਦੇ ਦਿਮਾਗ 'ਚ ਇਹ ਕੁਝ ਚੱਲਦਾ ਵੀ ਉਹ ਸਾਰਾ ਕੁਝ ਆਲਰੇਡੀ ਸੋਚੀ ਬੈਠਾ। ਮੈਨੂੰ ਇੱਥੇ ਆ ਕੇ ਪਤਾ ਚੱਲਿਆ ਵੀ ਜਦੋਂ ਸਾਨੂੰ ਚਾਚੇ ਤਾਏ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਕੋਈ ਹੈਲਪ ਨਹੀਂ ਕੀਤੀ। ਫਿਰ ਮੈਨੂੰ ਲੱਗਾ ਵੀ ਗੱਲ ਕਿੱਧਰ ਜਾ ਰਹੀ ਆ। ਮੈਨੂੰ ਕਹਿੰਦਾ ਤੂੰ ਘਰੇ ਜਾ ਕੇ ਦਿਖਾ, ਤੇਰੇ ਤੇ ਮੇਰੇ ਕੋਲ ਰਿਕਾਰਡਿੰਗ ਪਈ ਆ, ਉਹਦੀ ਵੌਇਸ ਰਿਕਾਰਡਿੰਗ। ਤੇਰੇ ਤੇ ਪਰਚਾ ਕਰੂੰ 307 ਦਾ, ਤੂੰ ਪੈਰ ਰੱਖ ਕੇ ਦਿਖਾ। ਤੈਨੂੰ ਘਰੋਂ ਕੁਝ ਨਹੀਂ ਮਿਲਣਾ, ਜ਼ਮੀਨ ਦਾ ਜਾਇਦਾਦ 'ਚ ਕੁਝ ਨਹੀਂ ਮਿਲਣਾ। ਮੈਂ NRI ਦੀ ਕੀਤੀ ਹੋਈ ਹੈ ਸਾਰਾ ਕੁਝ, ਬਟ ਇਟ ਟੇਕਸ ਟਾਈਮ ਰਾਈਟ। ਪਰ ਉਦੋਂ ਤੱਕ ਆਈ ਡੋਂਟ ਨੋ ਉਹਨਾਂ ਨੇ ਕੀ ਕਰ ਲੈਣਾ, ਕਿਉਂਕਿ 7 ਮਹੀਨੇ ਆਲਰੇਡੀ ਹੋ ਚੁੱਕੇ ਆ। 3-4 ਮਹੀਨੇ 'ਚ ਜੇ ਉਹਨੇ ਡਿਵੋਰਸ ਲੈ ਲਿਆ, ਫਿਰ ਇਹਨਾਂ ਨੇ ਕਹਿ ਦੇਣਾ ਤੂੰ ਤਾਂ ਉਹਦੇ ਨਾਲ ਮੈਰਿਡ ਨਹੀਂ ਆ, ਤੂੰ ਤਾਂ ਡਿਵੋਰਸੀ ਆ। ਫਿਰ ਮੈਂ ਕੀ ਕਰੂੰ, ਤੁਸੀਂ ਦੱਸੋ? ਨਹੀਂ ਕੀ ਲੱਗ ਰਿਹਾ ਜਿੱਦਾਂ ਉਹ NRI ਉੱਧਰ ਰਹਿ ਰਿਹਾ, ਤੁਸੀਂ ਇੱਥੇ ਆ ਗਏ? ਜ਼ਿਆਦਾਤਰ ਕੁੜੀਆਂ ਨੂੰ ਇਹ ਵੀ ਦਿੱਕਤ ਆ ਰਹੀ ਆ, ਪ੍ਰਸ਼ਾਸਨ ਜਾਂ ਕੋਰਟ ਜਾਂਦੇ ਨੇ ਜਾਂ ਪੁਲਿਸ ਪ੍ਰਸ਼ਾਸਨ ਕੋਲ ਜਾਂਦੇ ਨੇ, ਉਹ ਵੀ ਦਿੱਕਤਾਂ ਆਉਂਦੀਆਂ ਨੇ ਨਾ, ਜਿੱਦਾਂ ਉੱਧਰ ਬੈਠਾ ਇੱਥੇ ਕੋਈ ਕਾਰਵਾਈ ਨਹੀਂ ਹੋ ਰਹੀ। ਮੈਂ ਉਹੀ ਮੈਨੂੰ ਸਮਝ ਨਹੀਂ ਲੱਗਦੀ ਵੀ ਆਪਣੇ ਇੱਥੇ ਸਿਸਟਮ ਕਿਉਂ ਨਹੀਂ ਆ ਵੀ ਉੱਥੇ ਦੇ ਬੰਦੇ ਨਾਲ ਉਹ ਗੱਲ ਕਰ ਸਕਣ, ਕਨੈਕਟ ਕਰ ਸਕਣ। ਤੁਸੀਂ ਉਹਨਾਂ ਨਾਲ ਉਹਨੂੰ ਬੁਲਾ ਕਿਉਂ ਨਹੀਂ ਸਕਦੇ? ਇੰਡੀਅਨ ਹੈ ਨਾ ਉਹ, ਕੈਨੇਡੀਅਨ ਤਾਂ ਮੈਂ ਇੱਥੇ ਆਈ ਬੈਠੀ ਹਾਂ, ਉਹ ਇੰਡੀਅਨ ਆ, ਉਹਦੇ ਕੋਲ PR ਆ, ਪਾਸਪੋਰਟ ਨਹੀਂ ਉਹਦੇ ਕੋਲ ਕੈਨੇਡਾ ਦਾ। ਇੰਨੀ ਅਥਾਰਟੀ ਉਹਨੂੰ ਕਿੱਦਾਂ ਵੀ ਉੱਥੇ ਤੱਕ ਕੁਝ ਪਹੁੰਚ ਨਹੀਂ ਸਕਦਾ? ਫਿਰ ਤਾਂ ਕੋਈ ਵੀ ਕੁਝ ਵੀ ਕਰਕੇ ਕੈਨੇਡਾ ਚੱਲ ਜੇ ਜੀ, ਮੁੜ ਕੇ ਵਾਪਿਸ ਨਾ ਆਏ। ਇਹ ਕਿੱਥੋਂ ਦਾ ਰੂਲ ਆ? ਉਹਦਾ ਤੁਸੀਂ ਕਹਿੰਦੇ ਇੰਨਾ ਕੁਝ ਬਣਦਾ ਆਪਣੇ ਡਿਜੀਟਲ ਇੰਡੀਆ ਦੇ ਦਾਅਵੇ ਕੀਤੇ। ਹਾਂ ਕੀਤੇ ਜਾਂਦੇ, ਬਟ ਕਿੱਥੇ ਆ ਉਹ ਸਿਸਟਮ? ਤੁਸੀਂ ਇੱਕ ਈਮੇਲ ਪਾ ਕੇ ਬੰਦੇ ਨੂੰ ਇੱਥੇ ਨਹੀਂ ਬੁਲਾ ਸਕਦੇ ਵੀ ਤੂੰ ਆਪਣੀ ਵਾਈਫ ਨੂੰ, ਬੱਚੇ ਨੂੰ ਕਿੱਦਾਂ ਰੋਲ ਰਿਹਾ। ਸੋ ਕਿੱਥੇ ਆ ਤੂੰ ਗੱਲਾਂ 'ਚ ਇਹ ਸਾਰਾ ਕੁਝ? ਮਨੀਸ਼ਾ ਗੁਲਾਟੀ ਕੋਲ ਤੱਕ ਜਾ ਕੇ ਮੈਂ ਲੈਟਰ ਪਿਆ ਹੁਣ ਉਹਨਾਂ ਕੋਲ ਵੀ ਮੈਨੂੰ ਘਰੇ ਬਿਠਾ ਦਿਓ। ਨਥਿੰਗ, ਓਨਲੀ ਪੇਪਰ ਵਰਕ ਹੀ ਹੁੰਦਾ, ਇਹਨਾਂ ਦਾ ਕੁਝ ਨਹੀਂ ਹੁੰਦਾ। ਸਾਰਾ ਕੁਝ ਕਰ ਚੁੱਕੇ ਆ, ਸਾਰਾ ਅੱਕ ਕੇ ਮੈਂ ਇਸ ਘਰ 'ਚ ਆਈ ਹਾਂ। ਪੁਲਿਸ ਵਾਲੇ ਦੇਖ ਲਓ ਤੁਸੀਂ, ਉਲਟਾ ਮੈਨੂੰ ਤੰਗ ਕਰ ਰਹੇ ਨੇ। ਮੇਰਾ ਘਰ ਨਹੀਂ ਇਹ, ਵਿਆਹੀ ਨਹੀਂ ਗਈ ਮੈਂ, ਕਿੱਥੇ ਜਾਵਾਂ ਮੈਂ? ਪੈਸੇ ਮੰਗ ਰਹੀ ਇਹਨਾਂ ਤੋਂ, ਸਿਰਫ ਘਰੇ ਰਹਿਣ ਲਈ ਕਹਿ ਰਹੀ ਨਾ, ਆਪਣਾ ਬੱਚਾ ਪਾਲੂੰਗੀ ਇੱਥੇ ਬੈਠ ਕੇ, ਹੋਰ ਕੁਝ ਨਹੀਂ ਮੈਂ ਕਰਨਾ ਹੈਗਾ। ਜਿਹੜਾ ਕਾਨੂੰਨੀ ਕਾਰਵਾਈ ਚੱਲੀ ਜਾਊਗੀ ਚੱਲੀ ਜਾਣ ਦਿਓ, ਮੈਂ ਕਿਸੇ ਨੂੰ ਤੰਗ ਕਰ ਰਹੀ ਹਾਂ? ਆਪਣੇ ਘਰੇ ਬੈਠੀ ਹਾਂ ਨਾ ਜੀ। ਸੋ ਤੁਸੀਂ ਦੇਖਿਆ, ਇਹ ਕਹਿਣਾ ਹੈ ਕਿ ਮੇਰੇ ਕੋਲ ਕੋਈ ਰਹਿਣ ਦਾ ਸਹਾਰਾ ਨਹੀਂ, ਆਪਣੇ ਘਰ ਦੇ ਵਿੱਚ ਆਈਆਂ, ਆਪਣੇ ਬੱਚਾ ਪਾਲਣ ਦੇ ਲਈ ਇੱਥੇ ਬੈਠੀਆਂ। ਮਾਤਾ ਜੀ ਨੇ ਸਾਡੇ ਨਾਲ, ਉਹਨਾਂ ਨਾਲ ਵੀ ਗੱਲ ਕਰਾਂਗੇ। ਹਾਂਜੀ ਮਾਤਾ ਜੀ, ਕੀ ਨਾਮ ਹੈ ਜੀ? ਬਲਜੀਤ ਕੌਰ ਪੁੱਤ। ਮੰਮੀ ਹੋ ਜੀ ਤੁਸੀਂ? ਹਾਂ ਪੁੱਤ। ਕੀ ਕहेंगे ਹੋ ਜੀ, ਕੀ ਲੱਗ ਰਿਹਾ ਹੈ ਜੋ ਪਰੇਸ਼ਾਨੀਆਂ ਆ ਰਹੀਆਂ ਨੇ ਬੇਟੀ ਦੀ ਲਾਈਫ ਦੇ ਵਿੱਚ? ਬੇਟੀ ਦੀ ਲਾਈਫ ਦੇ ਵਿੱਚ ਜੀ ਦੇਖੋ, ਉਹਨਾਂ ਦਾ ਪਰਿਵਾਰ, ਨਣਦੋਈਆ, ਨਣਦ, ਸੱਸ, ਵਿੱਚੇ ਮਾਸੀਆਂ ਹੋ ਗਿਆ, ਵਿੱਚ ਆ ਚਾਚਾ, ਇੱਕ ਅਮਰੀਕਾ ਵਾਲਾ ਚਾਚਾ ਕਾਕਾ ਸਿੰਘ, ਇੱਕ ਆ ਜਸਵੀਰ ਸਿੰਘ। ਚਾਚੇ ਤਾਂ ਘਰ ਵਸਾਉਂਦੇ ਹੁੰਦੇ ਨੇ, ਇਹ ਜਾੜ ਰਹੇ ਨੇ। ਇਹ ਉਰੇ ਵਾਲਾ ਕਹਿੰਦਾ ਵੀ ਮੈਂ ਗੱਦੇ ਕਦੇ ਪ੍ਰਾਪਰਟੀ ਹੜੱਪ ਲਾਂ, ਵੀ ਵੇਚ ਵੱਟ ਦੂੰ, ਮੈਂ ਪੈਸੇ ਖਰਚੀ ਜਾਊਂਗਾ, ਪੈਸੇ ਨਾਲ ਉਹ ਕਰ ਦੂੰਗਾ। ਤੇ ਬਾਕੀ ਸਾਡੇ ਚਾਹੁੰਦੇ ਕੀ ਹੋ ਤੁਸੀਂ? ਅਸੀਂ ਚਾਹੁੰਦੇ ਵੀ ਸਾਡੀ ਧੀ ਇੱਥੇ ਹੀ ਵਸੇ ਜੀ। ਜੇ ਉਹਨਾਂ ਨੇ ਨਿਬੇੜਨਾ ਤਾਂ ਉਹ ਉਰੇ ਆ ਕੇ ਨਿਬੇੜੇ ਸਾਡਾ ਜਮਾਈ ਜੀ। ਤੇ ਚਾਹੁੰਦੇ ਕੀ ਮੰਗ ਹੈ ਭੈਣੇ ਤੁਹਾਡੀ? ਮੰਗ ਕਿ ਉਹਨੂੰ ਇੱਥੇ ਬੁਲਾਓ, ਇੰਡੀਅਨ ਹੈ ਨਾ ਉਹ, ਉਹਨੂੰ ਇੱਥੇ ਬੁਲਾਓ। ਇੱਥੇ ਵਿਆਹ ਹੋਇਆ ਸੀ ਸਾਡਾ, ਕੈਨੇਡਾ 'ਚ ਵਿਆਹ ਨਹੀਂ ਹੋਇਆ ਸੀ। ਇੱਥੇ ਬੈਠ ਕੇ ਮੇਰੇ ਨਾਲ ਗੱਲ ਕਰੇ, ਮੈਂ ਤੇਰੇ ਨਾਲ ਰਹਿਣਾ ਨਹੀਂ, ਠੀਕ ਆ, ਮੈਨੂੰ ਮੇਰੇ ਬਣਦੇ ਹੱਕ ਦਿੱਤੇ ਜਾਣ, ਮੇਰੇ ਬੱਚੇ ਦੇ ਦਿੱਤੇ ਜਾਣ। ਡਰਦਾ ਕਿਉਂ ਉਹ? ਉੱਥੇ ਪਤਾ ਤੁਹਾਨੂੰ ਪਤਾ ਉਹਦੀ ਸਕੀਮ ਕੀ ਆ? ਉਹਦੇ ਕੋਲ ਉੱਥੇ ਕੁਝ ਨਹੀਂ ਆ, ਕੋਈ ਪ੍ਰਾਪਰਟੀ ਨਹੀਂ ਆ। ਉਹਨੂੰ ਐ ਵੀ ਮੈਂ ਇੱਥੇ ਡਿਵੋਰਸ ਲਊਂਗਾ, ਇਹਨੂੰ ਕੁਝ ਨਹੀਂ ਮਿਲਣਾ,
ਇਹ ਸਕੀਮ ਉਹਦੀ ਜੇ ਇੰਡੀਆ ਡਿਵੋਰਸ ਲਵਾਂਗਾ ਇਹਨੂੰ ਦੇਣਾ ਪਊਗਾ ਹਿੱਸਾ, ਬੱਚੇ ਦਾ ਹਿੱਸਾ ਦੇਣਾ ਪਊਗਾ। ਇਹ ਸਾਰਾ ਉਹਦੇ ਦਿਮਾਗ 'ਚ ਆ। ਨਹੀਂ ਡਰ ਕੇ ਕਿਉਂ ਬੈਠਾ ਉੱਥੇ? ਮੈਂ ਤਾਂ ਡਰਦੀ ਨਹੀਂ, ਇੱਥੇ ਆ ਜੇ ਮੇਰੇ ਸਾਹਮਣੇ ਗੱਲ ਕਰੀ ਮੇਰੇ ਨਾਲ, ਸਾਰੇ ਹੱਕ ਦੇਵੇ। ਮੈਂ ਇਹੋ ਜਿਹੇ ਬੰਦੇ ਨਾਲ ਕਿਉਂ ਰਹੂੰਗੀ ਫਿਰ? ਮੇਰੇ ਬੱਚੇ ਦੇ ਹੱਕ ਦੇਵੇ ਮੈਨੂੰ, ਮੈਂ ਪਾਲੂ ਆਪਣਾ ਬੱਚਾ ਸਾਰੀ ਉਮਰ, ਨਾ ਵਿਆਹ ਕਰਾਉਂਗੀ, ਇੱਥੇ ਹੀ ਪਾਲੂੰਗੀ, ਇੰਡੀਆ 'ਚ ਰਹੂੰ, ਕੈਨੇਡਾ ਦਾ ਵੱਲ ਮੂੰਹ ਨਹੀਂ ਕਰੂੰਗੀ। ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਉਹ ਉੱਥੇ ਆ, ਉੱਥੇ ਇਦਾਂ ਉਹ ਤਲਾਕ ਤਾਂ ਨਹੀਂ ਲਿਆ ਕਰ ਸਕਦਾ? ਜਿੱਦਾਂ ਕਹਿੰਦੇ ਨੇ 1 ਸਾਲ ਵੱਖਰੇ ਰਹਿ ਲਏ ਤੁਸੀਂ, ਉੱਥੇ ਇਦਾਂ ਦਾ ਸਿਸਟਮ ਕੋਈ? ਜਿੱਥੋਂ ਤੱਕ ਮੇਰੀ ਗੱਲ ਹੋਈ ਆ ਕਹਿੰਦੇ ਨਹੀਂ ਹੁੰਦਾ, ਬਿਕੋਜ਼ ਮੇਰੇ ਸਾਈਨ ਜ਼ਰੂਰੀ ਆ। ਪਰ ਯੂ ਨੈਵਰ ਨੋ ਕੀ ਚੱਲਦਾ, ਕਦੇ ਇਸ ਗੱਲ 'ਚ ਪਏ ਨਹੀਂ ਹੈਗੇ, ਰਾਈਟ? ਕਦੀ ਆਪਾਂ ਨੂੰ ਪਤਾ ਨਹੀਂ ਉੱਥੇ ਕੀ ਸਿਸਟਮ ਚੱਲ ਰਿਹਾ, ਉਹਨੇ ਕੀ ਦਿਖਾ ਦੇਣਾ, ਕਿਉਂਕਿ ਮੇਰੇ ਤੱਕ ਕੋਈ ਪੇਪਰ ਵੀ ਨਹੀਂ ਪਹੁੰਚਿਆ। ਉਹ ਝੂਠਾ ਵੀ ਦਿਖਾ ਸਕਦਾ ਜੀ, ਮੈਂ ਉਹਨੂੰ ਪੇਪਰ ਵੀ ਭੇਜੇ, ਉਹਨੇ ਰਿਸਪੌਂਸ ਨਹੀਂ ਦਿੱਤਾ। ਸੋ ਮੈਨੂੰ ਕੋਈ ਆਈਡੀਆ ਨਹੀਂ ਉਹ ਕੀ ਕਰ ਰਿਹਾ ਉੱਥੇ। ਤਾਂ ਹੀ ਮੈਂ ਇੱਥੇ ਬੈਠੀ ਆ ਵੀ ਮੈਨੂੰ ਐਟਲੀਸਟ ਮੇਰੇ ਘਰੇ ਤਾਂ ਬੈਠਣ ਦਿਓ। ਮੈਨੂੰ ਸਮਝ ਨਹੀਂ ਲੱਗਦੀ ਸਾਡੀ ਹੈਲਪ ਕੌਣ ਕਰੇਗਾ ਫਿਰ? ਗੁੜੀਆ ਦੇ ਡੈਡੀ ਨੇ, ਉਹਨਾਂ ਨਾਲ ਗੱਲ ਕਰਦੇ ਆ। ਹਾਂਜੀ, ਕੀ ਨਾਮ ਹੈ ਜੀ? ਦਰਸ਼ਨ ਸਿੰਘ ਹੈ ਜੀ। ਦਰਸ਼ਨ ਸਿੰਘ ਜੀ, ਕੀ ਮਾਮਲਾ ਹੈ ਸਾਰਾ ਅੱਜ ਤੁਹਾਨੂੰ ਇਹ ਸਟੈਪ ਚੱਕਣਾ ਪਿਆ? ਇਹ ਬੇਟੀ ਵਿਆਹੀ ਸੀ ਜੀ ਅਸੀਂ ਰਾਜਗੜ੍ਹ। ਆਪਣਾ ਕਿਹੜਾ ਪਿੰਡ ਹੈ ਜੀ? ਦਿੜਬਾ ਜੀ। ਹਾਂਜੀ, ਬੇਟੀ ਸਿਟੀਜ਼ਨ ਹੈ ਜੀ ਕੈਨੇਡਾ। ਅਸੀਂ ਉਸ ਹਿਸਾਬ ਨਾਲ ਜਾਇਦਾਦ ਦੇਖੀ ਤੀ ਜਿੰਨਾ ਅਸੀਂ ਕਰ ਸਕਦੇ ਹਾਂ। ਅਸੀਂ ਵਿਆਹ ਬਹੁਤ ਵਧੀਆ ਕਰਿਆ ਜੀ, ਜਿੱਦਾਂ ਕਿ ਸਾਡੀ ਕੁੜੀ ਨੇ ਕੈਨੇਡਾ ਜਾਣਾ ਹੋਵੇ। ਉਦੋਂ ਬਾਅਦ ਕੀ ਹੋਇਆ, ਇਹ ਚਲੇ ਗਏ ਜੀ ਬਾਹਰ, PR ਹੋ ਗਿਆ। ਉੱਥੇ ਦੀ ਭੈਣ ਭਣੋਈਆ ਰਹਿੰਦੇ ਸੀ, ਗਾਹਾਂ ਉਹਨਾਂ ਦਾ ਭੈਣ ਭਣੋਈਆ ਰਹਿੰਦੇ ਸੀ। ਬੇਟੀ ਨੇ ਬੱਚਾ ਹੋਣਾ ਸੀ ਜੀ ਬੇਟੀ ਦੇ, ਅਸੀਂ ਵੀ ਚਲੇ ਗਏ ਜੀ। ਉਹ ਮੁੰਡੇ ਦੀ ਮਾਂ ਵੀ ਚਲੀ ਗਈ ਸਾਡੇ ਨਾਲ, ਅਸੀਂ ਤਿੰਨੇ ਚਲੇ ਗਏ। ਜਦੋਂ ਬੱਚਾ ਹੋਇਆ ਜੀ, ਕੁੜੀ ਤੋਂ ਕਹਿੰਦੇ ਵੀ ਕੁੜੀ ਕਿਉਂ ਹੋਈ ਹੈ? ਅਸੀਂ ਆਖਿਆ ਵੀ ਇਹ ਤਾਂ ਪਰਮਾਤਮਾ ਦੀ ਮਰਜ਼ੀ ਹੈ ਜੀ। ਬਸ ਉਦੋਂ ਬਾਅਦ ਇਹਨਾਂ ਨੇ ਦੇਖਦੇ ਰਹੇ ਵੀ ਸਾਲ ਜਾਂ ਲੰਘਾਤਾ। ਉਦੋਂ ਬਾਅਦ ਕਹਿੰਦੇ ਵੀ ਮੈਂ ਤਾਂ ਪਹਿਲਾਂ ਬੇਟੀ ਨੂੰ ਕੁੱਟਣ ਲੱਗ ਗਿਆ। ਉੱਥੇ ਵੀ ਇਹ ਸਿਸਟਮ ਚੱਲਦਾ ਜੀ? ਕਹਿੰਦੇ ਬਾਹਰ ਤਾਂ ਬਹੁਤ ਤਰੱਕੀ ਆ, ਮੁੰਡੇ ਕੁੜੀ 'ਚ ਕੋਈ ਫਰਕ ਹੀ ਨਹੀਂ ਦੇਖਿਆ ਜਾਂਦਾ। ਬਸ ਤੁਹਾਨੂੰ ਪਤਾ ਹੈ ਜੀ। ਅਸੀਂ ਕਿਹਾ ਵੀ ਪਹਿਲਾਂ ਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਹੁੰਦਾ ਬੱਚੇ ਨੂੰ, ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ। ਉਦੋਂ ਬਾਅਦ ਇਹਨਾਂ ਨੇ ਕਲੇਸ਼ ਕਰੀ ਸਾਲ ਬਾਅਦ 2-3 ਵਾਰ ਬੇਟੀ ਕੁੱਟੀ। ਫਿਰ ਸਾਡੇ ਕੋਲ ਕੋਈ ਪ੍ਰੋਸੀਜਰ ਨਹੀਂ ਸੀ, ਅਸੀਂ ਇੰਡੀਆ ਆ ਗਏ। ਹੁਣ ਇੰਡੀਆ ਉਰੇ ਨਾ ਤਾਂ ਇਹਦਾ ਮਾਂ ਹੈ ਨਾ ਮੁੰਡਾ ਹੈ, ਇਹਦਾ ਚਾਚਾ ਹੈ। ਇਹਦਾ ਚਾਚਾ ਬਹੁਤ ਮਤਲਬ ਸਾਡੇ ਨਾਲ ਉਹ ਕਰਦਾ, ਬਹੁਤ ਦੁਰਵਿਹਾਰ ਕਰਦਾ, ਆਪਦਾ ਜ਼ੋਰ ਦਿਖਾਉਂਦਾ ਪੈਸੇ ਦਾ। ਅਸੀਂ ਇੰਨੇ ਪੈਸੇ ਚਾਹੇ ਨਹੀਂ ਇਹਦੇ ਜਿੰਨੇ। ਹੁਣ ਇਹ ਨਾਲੇ ਤਾਂ ਕਹਿੰਦਾ ਵੀ ਇਹਨਾਂ ਦਾ ਘਰ ਪਾਣਾ, ਨਾਲੇ ਮੈਂ ਫਾਇਦਾ ਕੱਟਾਂ। ਅਸੀਂ ਮੰਗ ਕਰਦੇ ਹਾਂ ਜੀ ਤੁਸੀਂ? ਅਸੀਂ ਤਾਂ ਕਹਿੰਦੇ ਵੀ ਉਰੀ ਧੀ ਵਸਾਵਾਂਗੇ ਜੀ। ਤਲਾਕ ਨਹੀਂ ਉਹ ਕਹਿੰਦੇ ਜੀ, ਤਲਾਕ ਕਹਿੰਦੇ ਨਹੀਂ, ਅਸੀਂ ਕਹਿੰਦੇ ਵੀ ਅਸੀਂ ਤਾਂ ਬੇਨਤੀ ਕਰ ਲਾਂਗੇ, ਮਤਲਬ ਰਿਕੁਐਸਟ ਕਰ ਲੈਂਦੇ, ਗਲਤੀ ਮੰਨ ਲੈਂਦੇ ਜੇ ਕਿਸੇ ਦੀ ਕੋਈ ਹੋਈ ਹੈ। ਵੈਸੇ ਹੈ ਹੀ ਨਹੀਂ ਵੀ ਧੀ ਅਸੀਂ ਉੱਥੇ ਵਸਾਈਏ, ਦੁਬਾਰੇ ਵਿਆਹ ਕਰਨਾ ਬਹੁਤ ਔਖਾ ਜੀ। ਬਾਕੀ ਜਾ ਉਰੇ ਆ ਜਾਣ ਜੀ ਮਾਂ ਪੁੱਤ, ਅਸੀਂ PR ਕੈਂਸਲ ਕਰਾਵਾਂਗੇ, ਜੋ ਕੋਈ ਅਧਿਕਾਰ ਹੈ ਮਿਲ ਜੇ ਬੇਟੀ ਦਾ ਜੀ। ਧੰਨਵਾਦ। ਸੋ ਤੁਸੀਂ ਦੇਖਿਆ, ਇਹਨਾਂ ਦਾ ਕਹਿਣਾ ਹੈ ਕਿ ਅਸੀਂ ਮਿਹਨਤ ਤਰਲਾ ਕਰਕੇ ਮਾਫੀ ਮੰਗ ਕੇ ਜੇ ਕੋਈ ਗਲਤੀ ਹੈ ਤਾਂ ਵੀ ਧੀ ਨੂੰ ਇੱਥੇ ਵਸਾਉਣਾ ਚਾਹੁੰਦੇ ਹਾਂ। ਧੀ ਦਾ ਪਰਿਵਾਰ ਆ ਜਿਹੜਾ, ਧੀ ਦਾ ਘਰ ਆ, ਉਹ ਉਜਾੜਨਾ ਨਹੀਂ ਚਾਹੁੰਦੇ। ਧੀਆਂ ਦੇ ਵਿਆਹ ਕਰਨੇ ਬੜੇ ਔਖੇ ਨੇ, ਇੱਕ ਵਾਰੇ ਵਿਆਹ ਮਾਂ-ਬਾਪ ਬੜੀ ਮੁਸ਼ਕਲ ਦੇ ਨਾਲ ਕਰਦੇ ਨੇ। ਹੋਰ ਅੱਗੇ ਪਰਿਵਾਰ ਕੀ ਕਹਿੰਦਾ ਏ, ਉਹਨਾਂ ਨਾਲ ਵੀ ਗੱਲ ਕਰਾਂਗੇ। ਚਾਚਾ ਸਹੁਰਾ ਕਿਹਾ ਜਾਂਦਾ ਇੱਥੇ ਹੈਗੇ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ, ਉਹ ਕੀ ਕਹਿੰਦੇ ਨੇ। ਲੜਕੇ ਦਾ ਪਰਿਵਾਰ ਅਤੇ ਪੂਰੀ ਪੰਚਾਇਤ ਹੈ ਜਿਹੜੀ ਪਿੰਡ ਦੀ, ਉਹ ਥਾਣੇ ਦੇ ਵਿੱਚ ਬੈਠੀ ਆ। ਲੜਕੇ ਦੇ ਚਾਚਾ ਜੀ ਨੇ, ਜਿਨ੍ਹਾਂ ਨੂੰ ਸਾਰਾ ਇੱਥੇ ਕਾਰੋਬਾਰ ਕੇਅਰ ਟੇਕਰ ਦੇ ਤੌਰ ਤੇ ਸੰਭਾਲ ਕੇ ਗਏ ਨੇ, ਜਸਵੀਰ ਸਿੰਘ ਜੀ ਨੇ ਸਾਡੇ ਨਾਲ, ਉਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਮਾਮਲਾ ਜੀ ਸਾਰਾ ਅੱਜ ਉੱਥੇ ਤੁਹਾਡੇ ਭਤੀਜੇ ਦੇ ਜਿਹੜੀ ਮਿਸਿਜ ਆ ਉਹ ਘਰ ਬੈਠੀ, ਉਹਦਾ ਪੂਰਾ ਪਰਿਵਾਰ ਬੈਠਾ, ਮਾਤਾ ਪਿਤਾ, ਕੀ ਕਾਰਨ ਹੈ ਜੀ? ਇਹ ਗੱਲ ਐ ਆ ਜੀ, ਇਹਨਾਂ ਦਾ ਬਾਹਰ ਕੇਸ ਚੱਲਦਾ, ਇਹ ਬਾਹਰ ਰਹਿੰਦੇ ਨੇ ਜੀ। ਉੱਧਰ ਇਹ ਕੋਈ ਲੜਕੀ ਹੈ ਜਿਹੜੀ, ਉਹ ਇੱਧਰਲੀ ਸਿਟੀਜ਼ਨਸ਼ਿਪ ਹੈ, ਅਤੇ ਉੱਧਰ ਇਹਨਾਂ ਦੀ ਆਪਸ ਦੇ ਵਿੱਚ ਰੰਜਿਸ਼ ਹੋਈ ਹੈ, ਮਾੜੀ ਮੋਟੀ ਹੋਈ ਸੀ ਜੋ ਹੋਈ ਸੀ। ਉਸ ਤੋਂ ਬਾਅਦ ਪੁਲਿਸ ਉੱਧਰਲੀ ਇਹਨਾਂ ਨੇ ਪੁਲਿਸ ਬੁਲਾਈ, ਪੁਲਿਸ ਆਈ, ਪੁਲਿਸ ਨੇ ਆ ਕੇ ਇਹਨਾਂ ਦੀ ਕਾਉਂਸਲਿੰਗ ਕਰਕੇ ਇਹਨਾਂ ਨੂੰ ਅੱਡੋ ਅੱਡ ਕੀਤਾ ਗਿਆ। ਅਤੇ ਉਸ ਤੋਂ ਬਾਅਦ ਅੱਡੋ ਅੱਡ ਹੋਣ ਤੋਂ ਬਾਅਦ ਜਦੋਂ ਇਹ ਮਤਲਬ ਮਾਂ ਬਾਪਾਂ ਨੂੰ ਅੱਡੋ ਅੱਡ ਕੀਤਾ, ਉਹਨਾਂ ਨੂੰ ਅੱਡੋ ਕੀਤਾ। ਮਤਲਬ ਜੋ ਲੜਕੀ ਦਾ ਬਾਪ ਹੈ ਉਹ ਇੱਕ ਕਰੈਕਟਰਲੈਸ ਬੰਦਾ ਹੈ ਜੀ। ਹਾਂਜੀ, ਉਹ ਮਗੜੀ ਦੀ ਲੜਕੀ, ਜਿਹੜੇ ਲੜਕੇ ਦੇ ਮਾਂ ਨੂੰ ਸੀ, ਉਹਨੂੰ ਗਲਤ ਫਲਤ ਬੋਲਦਾ ਸੀ ਅਤੇ ਉਹਨੂੰ ਮੈਸੇਜ ਕਰਦਾ ਸੀ। ਇਸ ਕਰਕੇ ਇਹਨਾਂ ਦੀ ਆਪਸ ਘਰੇਲੂ ਲੜਾਈ ਜਿਹੜੀ ਹੋਈ ਆ, ਉਹ ਕਢਾਈ ਵੱਧਦੀ ਚਲੀ ਗਈ। ਅਤੇ ਜਿਹੜਾ ਲੜਕਾ ਸੀ, ਉਹ ਲੜਕੇ ਨੇ ਲੜਕੀ ਨੂੰ ਕਿਹਾ ਵੀ ਤੂੰ ਆਪਦੇ ਮਾਂ ਬਾਪਾਂ ਨੂੰ ਪਰਾਂ ਉਹ ਕਰ, ਵੀ ਮੈਂ ਇਹਨਾਂ ਨੂੰ ਰੱਖਦਾ ਹੀ ਇਸ ਤਰ੍ਹਾਂ ਦਾ ਹੈ, ਸ਼ਰਾਬ ਪੀ ਕੇ ਇਹ ਮੇਰੇ ਘਰ ਦੇ ਵਿੱਚ ਮੇਰੀ ਮੰਮੀ ਨੂੰ ਜਾਂ ਹੋਰਾਂ ਨੂੰ ਇਹ ਗਲਤ ਫਲਤ ਬੋਲਦਾ। ਇਸ ਕਰਕੇ ਗੱਲ ਕੀਤੀ ਹੈ ਜੀ, ਉਹ ਕਹਿੰਦੇ ਨੇ ਕਿ ਅਸੀਂ ਕੁੜੀ ਨੂੰ ਉਰੀ ਵਸਾਉਣਾ ਚਾਹੁੰਦੇ ਹਾਂ, ਜੇ ਕੋਈ ਗਲਤੀਆਂ ਕੋਈ ਕਿਸੇ ਨੂੰ ਲੱਗਦਾ ਹੈ ਅਸੀਂ ਮਾਫੀ ਵੀ ਮੰਗਦੇ ਹਾਂ, ਕੋਈ ਇਦਾਂ ਦੀ ਗੱਲ ਹੋਈ ਵੀ ਨਹੀਂ। ਧੀ ਦਾ ਵਿਆਹ ਕਰਨਾ ਇੱਕ ਵਾਰੇ ਬਹੁਤ ਔਖਾ। ਉਹਦੇ ਕੁੜੀ ਦੇ ਡੈਡੀ ਨਾਲ ਗੱਲ ਕੀਤੀ ਹੈ ਜੀ, ਉਹ ਕਹਿੰਦੇ ਅਸੀਂ ਨਿਮੇੜਨਾ ਨਹੀਂ ਚਾਹੁੰਦੇ, ਅਸੀਂ ਇੱਥੇ ਹੀ ਵਸਾਉਣਾ ਚਾਹੁੰਦੇ ਹਾਂ, ਉਹ ਇਦਾਂ ਕਹਿ ਰਹੇ ਨੇ। ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਇਹ ਚੀਜ਼ ਦੀ ਕਾਉਂਸਲਿੰਗ ਅਸੀਂ ਵੀ ਬੁਲਾ ਕੇ ਉਰੇ ਸਾਡੇ SSP ਸਾਹਿਬ ਸੰਗਰੂਰ ਅਤੇ ਨਾਭੇ ਦੇ ਵਿੱਚ ਵੀ ਇਹ ਹੋਈ ਸੀ ਜੀ।
ਤੇ ਐਸਐਸਪੀ ਡਿਪਟੀ ਸਾਹਿਬ ਦੇ ਸਾਹਮਣੇ ਬੈਠ ਕੇ ਕਾਉਂਸਲਿੰਗ ਹੋਈ ਸੀ, ਉੱਥੇ ਸਾਰੀਆਂ ਗੱਲਾਂ ਹੋਈਆਂ ਸੀਆਂ। ਉੱਥੋਂ ਅਸੀਂ ਇਹ ਗੱਲ ਨੂੰ ਕਿਹਾ ਸੀ ਲੜਕੀ ਨੂੰ ਵੀ ਚੱਲ ਠੀਕ ਹੈ, ਤੈਂ ਘਰ ਬਸਾਉਣਾ ਚਾਹੁੰਦੀ ਹੈ ਵੀ ਤੂੰ ਆਪਦਾ ਤੇਰਾ ਉੱਧਰ ਜਾ, ਤੂੰ ਇੱਧਰ ਆਪਦੇ ਜਹਾਜ਼ ਚੜ੍ਹ ਕੇ ਆਪਦਾ ਉੱਧਰ ਜਾ ਕੇ ਜਿਹੜਾ ਲੜਕੇ ਦਾ ਮਾਂ-ਬਾਪ ਹੈ, ਮਾਂ ਹੈ, ਉਹ ਤੋਂ ਮਾਫੀ ਮੰਗ ਲੈ, ਉਹ ਕਰ ਲੈ। ਪਰ ਉਹ ਲੜਕੀ ਇਸ ਚੀਜ਼ ਤੇ ਨਹੀਂ ਮੰਨੀ। ਉਹ ਕਹਿ ਰਹੀ ਹੈ ਵੀ ਮੈਂ ਨਾ ਤਾਂ ਮੈਂ ਆਪਦੀ ਮਤਲਬ ਮੰਮੀ ਮਾਂ ਨਾਲ ਵਰਤਾ, ਨਾ ਮੈਂ ਉਹਦੀ ਅਮਨਦੀਪ ਦੀ ਭੈਣ ਹੈ ਉਹਦੇ ਨਾਲ ਵਰਤਾ। ਤੇ ਅਮਨਦੀਪ ਨੇ ਇਹੀ ਗੱਲ ਕਹੀ, ਕਹਿੰਦਾ ਠੀਕ ਹੈ ਜੇ ਤੂੰ ਨਹੀਂ ਵਰਤਦੀ ਤਾਂ ਤੂੰ ਆਪਦੇ ਮਾਂ ਬਾਪਾਂ ਆਪਦੀਆਂ ਭੈਣਾਂ ਨਾਲ ਨਾ ਵਰਤੀ, ਮੈਂ ਤੈਨੂੰ ਉਹ ਕਰਨਾ। ਪਰ ਉਹ ਚੀਜ਼ ਤੇ ਉਹ ਨਹੀਂ ਮੰਨੀ ਹੈਗੀ ਜੀ। ਹਾਂ, ਕੁੜੀ ਕਹਿ ਰਹੀ ਹੈ ਕਿ ਦਾਜ ਪ੍ਰਤੀ ਤੰਗ ਪਰੇਸ਼ਾਨ ਕਰਦੇ ਰਹੇ ਨੇ। ਮੇਰਾ ਭਰਾ ਹੈ, ਜਦੋਂ ਉਹਦੀ ਡੈਥ ਹੋ ਗਈ, ਉਹਦੇ ਭਰਾ ਦੀ ਡੈਥ ਹੋ ਗਈ ਹੋਊਗੀ ਜੀ, ਬਾਹਰ ਸਿਟੀਜ਼ਨ ਸੀ, ਕਹਿ ਰਹੇ ਸੀਗੇ ਉਹ ਕਹਿੰਦੇ ਨੇ ਕਿ ਪ੍ਰਾਪਰਟੀ ਸਾਨੂੰ ਲਿਆ ਕੇ ਦਿਓ, ਇਦਾਂ ਦੇ ਆਰੋਪ ਲਗਾ ਰਹੇ ਨੇ ਜੀ। ਜਿਹੜੇ ਦੇ ਭਰਾ ਦੀ ਡੈਥ ਹੋਈ ਹੈ ਉਹ ਵੀ ਮੇਨ ਇਹੀ ਵਜ੍ਹਾ ਕਾਰਨ ਹੈ। ਉਹ ਵੀ ਇਹਨਾਂ ਤੋਂ ਦੁਖੀ ਸੀ, ਇਹਨਾਂ ਦੇ ਮਾਂ-ਬਾਪਾਂ ਤੋਂ ਤੇ ਲੜਕੀਆਂ ਤੋਂ ਇਹਨਾਂ ਤੋਂ ਦੁਖੀ ਸੀ। ਦੁਖੀ ਹੋ ਕੇ ਉਹਨੇ ਸੁਸਾਈਡ ਕੀਤੀ ਹੈ। ਮਤਲਬ ਉਹ ਨਹੀਂ ਹੋਇਆ ਬਿਮਾਰੀ ਨਾਲ, ਉਹਨੇ ਨਹਿਰ ਦੇ ਵਿੱਚ ਛਾਲ ਮਾਰੀ ਹੈ, ਨਹਿਰ ਛਾਲ ਮਾਰ ਕੇ ਮਰਿਆ, ਸੁਸਾਈਡ ਹੋ ਕੇ ਮਰਿਆ ਬਾਹਰ ਜੀ ਉਹਦੇ ਵਿੱਚ। ਉਦੋਂ ਬਾਅਦ ਇਹ ਹੋਇਆ ਜਿਹੜੀ ਇਹ ਕਰ ਰਹੇ ਨੇ ਦਹੇਜ ਦੀ ਗੱਲ। ਦਹੇਜ ਦਾ ਤੁਹਾਨੂੰ ਪਤਾ ਹੀ ਹੈ, ਜਿੰਨੇ ਵੀ NRI ਵਿਆਹ ਹੁੰਦੇ ਨੇ ਉਹ ਕਿਸ ਤਰ੍ਹਾਂ ਹੁੰਦੇ ਨੇ। NRI ਵਿਆਹ ਜਿੰਨੇ ਵੀ ਵਿਆਹ ਹੁੰਦੇ ਨੇ, ਕੋਈ ਵੀ ਲੜਕੀ ਹੁੰਦੀ ਹੈ ਉਹ ਦਹੇਜ ਬਿਲਕੁਲ ਨਹੀਂ ਦਿੰਦੇ ਹੈਗੇ। ਸਮਕਾ ਹੁੰਦੇ ਨੇ, ਸਾਰਾ ਖਰਚਾ ਮੁੰਡੇ ਵਾਲੇ ਦਾ ਹੁੰਦਾ। ਤੇ ਇੱਥੇ ਵੀ ਜਿਹੜਾ ਹੋਇਆ ਉਹ ਸਾਰਾ ਖਰਚਾ ਮੁੰਡੇ ਵਾਲੇ ਵੱਲੋਂ ਹੀ ਕੀਤਾ ਗਿਆ। ਇੱਥੋਂ ਤੱਕ ਕਿ ਵੀ ਜੋ ਮੈਰਿਜ ਦਾ ਉੱਥੇ ਪੈਲੇਸ ਕੀਤਾ ਸੀ ਉਹ ਵੀ ਲੜਕੇ ਵਾਲੇ ਵੱਲੋਂ ਕੀਤਾ ਗਿਆ ਸੀ। ਤੇ ਬਾਕੀ ਇਹਨਾਂ ਨੂੰ ਜਿਹੜੀ ਲੜਕੀ ਸੀ, ਇਹਨਾਂ ਨੂੰ ਇਹਦੀ ਸਾਲੀ ਨੂੰ ਮਤਲਬ ਸੈੱਟ ਪਾਇਆ ਗਿਆ ਸੀ, ਰਿੰਗ ਸੈਰੇਮਨੀ ਹੋਈ ਸੀ, ਸਾਰਾ ਕੁਝ ਜੋ ਦਿੱਤਾ ਸੀ ਉਹ ਲੜਕੇ ਵਾਲਿਆਂ ਵੱਲੋਂ ਹੀ ਦਿੱਤਾ ਗਿਆ ਸੀ। ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਜਿੰਨੇ ਵਿਆਹ ਉਰੇ ਆਪਣੇ NRI ਵਿਆਹ ਹੁੰਦੇ ਨੇ ਉਹ ਸਾਰੇ ਇਸੇ ਤਰ੍ਹਾਂ ਹੀ ਵਿਆਹ ਹੁੰਦੇ ਨੇ, ਨਿਦਾਨ ਨਹੀਂ ਹੁੰਦੇ। ਜਿਹੜੇ ਆਪਣੇ ਉਰੇ ਲੋਕਲ ਵਿਆਹ ਹੋ ਜਾਂਦੇ ਨੇ ਉਹ ਇਸ ਤਰ੍ਹਾਂ ਦੇ ਹੋ ਜਾਂਦੇ ਨੇ। ਤੇ ਗੁੜੀਆ ਹੋਈ ਆ, ਕਹਿੰਦੇ ਨੇ ਕਿ ਕੁੜੀ ਹੋ ਗਈ, ਮੁੰਡਾ ਕਿਉਂ ਨਹੀਂ ਹੋਇਆ, ਇਹ ਵੀ ਕਹਿ ਰਹੇ ਨੇ। ਦੇਖੋ ਜੀ, ਕੁੜੀ ਦਾ ਇਹਦੇ ਨਹੀਂ ਕੋਈ ਕੁਛ ਨਹੀਂ ਹੈਗੀ। ਜਿਹੜੀ ਕੁੜੀ ਹੈ, ਕੁੜੀ ਮੁੰਡੇ ਦੀ ਦਾਦੀ ਕੋਲ ਰਹਿੰਦੀ ਹੁੰਦੀ ਸੀ, ਰਾਤ ਨੂੰ ਵੀ ਦਿਨ ਨੂੰ 24 ਘੰਟੇ ਉਹਦੇ ਕੋਲੇ ਰਹਿੰਦੀ ਹੁੰਦੀ ਸੀ। ਇੱਥੋਂ ਤੱਕ ਕਿ ਉਹਦੀ ਜਿਹੜੀ ਭੈਣ ਹੈ, ਭੈਣ ਦੇ ਵੀ 2 ਗੁੱਡੀਆਂ ਨੇ। ਜਿਹੜੀ ਅਮਨਦੀਪ ਦੀ ਭੈਣ ਹੈ ਉਹਦੇ ਵੀ 2 ਗੁੱਡੀਆਂ ਹੈਗੀਆਂ ਨੇ। ਸਮਕਾ ਦੇ ਉਹਨਾਂ ਨੂੰ ਵੀ ਨਾਲ ਰੱਖਦੀਆਂ ਨੇ। ਉਹਨਾਂ ਨੂੰ ਇਹ ਚੀਜ਼ ਬਾਰੇ ਕੋਈ ਉਹ ਨਹੀਂ ਹੈਗਾ। ਇਹ ਜਿਹੜਾ ਕੀਤਾ ਜਾਂਦਾ ਤਾਂ ਮਤਲਬ ਜਦੋਂ ਬਾਅਦ ਦੇ ਵਿੱਚ ਇਹਨਾਂ ਦਾ ਕਲੇਸ਼ ਪੈ ਗਿਆ, ਉਹਨੂੰ ਇਹ ਲੱਗਿਆ ਵੀ ਮੇਰੇ ਬਾਪ ਤੇ ਮੇਰੇ ਤੇ ਦੂਸਣ ਲੱਗ ਰਹੇ ਨੇ ਜਾਂ ਹੋਰ ਹੋ ਰਹੇ ਨੇ। ਇੱਕ ਇਹਨਾਂ ਦਾ ਭਰਾ ਹੈ, ਜੱਗੀ ਕਹਿੰਦੇ ਨੇ, ਉਹ ਇੱਕ ਪਾਸੇ ਉਹਦਾ ਸਾਨੂੰ ਇਹ ਨਹੀਂ ਪਤਾ ਲੱਗਿਆ ਉਹ ਕਿਸ ਪਾਸੇ ਬੋਲਦਾ। ਇੱਕ ਪਾਸੇ ਤਾਂ ਉਹ ਕਹਿ ਰਿਹਾ ਹੈ ਵੀ ਹਾਂ ਤੁਸੀਂ ਐਂ ਕਰੋ, ਆ ਜਾਓ। ਅਮਨਦੀਪ ਨਾਲ ਫੋਨ ਤੇ ਗੱਲਾਂ ਕਰਦਾ ਉਹ, ਕਹਿੰਦਾ ਵੀ ਹਾਂ ਵੀ ਤੁਸੀਂ ਐਂ ਕਰੋ, ਤੁਸੀਂ ਆਹ ਗੱਲ ਹੈ ਤਾਂ ਤੁਸੀਂ ਡਿਵੋਰਸ ਲੈ ਲਓ, ਤੁਸੀਂ ਡਿਵੋਰਸ ਦੇ ਕਾਗਜ਼ ਭਰ ਕੇ ਦਿਓ, ਡਿਵੋਰਸ ਲਓ, ਉਹ ਕਰੋ। ਤੇ ਹੁਣ ਅੱਜ ਉਹ ਇਹਨਾਂ ਨਾਲ ਆ ਕੇ ਕਹਿ ਰਿਹਾ ਵੀ ਨਹੀਂ ਅਸੀਂ ਐਂ ਕਰ ਦਾਂਗੇ। ਇੱਥੇ ਆ ਪੰਚਾਇਤ ਬੈਠੀ ਹੈ, ਪੰਚਾਇਤ ਦੇ ਸਾਹਮਣੇ ਉਹਨੇ ਇਹ ਗੱਲ ਕਹੀ ਹੈ, ਕਹਿੰਦਾ ਹਾਂ ਕੁੜੀ ਨੂੰ ਤਾਂ ਅਸੀਂ ਮਾਰ ਦਾਂਗੇ, ਮਾਰ ਕੇ ਅਸੀਂ ਤੁਹਾਡੇ ਤੇ ਕੇਸ ਪਾਵਾਂਗੇ। ਆਹ ਬੈਠੀ ਹੈ ਪੰਚਾਇਤ ਨਾਲ ਗੱਲ ਉਹਨਾਂ ਨੇ ਕਰਕੇ ਪੁੱਛੀ ਵੀ ਆਹ ਗੱਲਾਂ ਹੋਈਆਂ। ਕੀ ਨਾਮ ਹੈ ਜੀ? ਕੀ ਗੱਲ ਹੋਈ ਹੈ ਜੀ? ਤੇ ਗੱਲ ਤਾਂ ਉਹ ਪਹਿਲਾਂ 4-5 ਗੇਲ ਅਸੀਂ ਇਕੱਠੇ ਹੋਏ ਸੀ ਸਾਰੇ, ਤੇ ਇਹ ਮੁੱਦਾ ਵਾਰ-ਵਾਰ ਇਹੀ ਸੀ। ਉਧਰੋਂ ਇਹ ਲੜਾਈ ਝਗੜੇ ਕਰਨ ਕੁੜੀ ਇੱਥੇ ਆਈ ਸੀ, ਨਾਲ ਗੁੜੀਆਂ ਨੂੰ ਲੈ ਕੇ ਆਈ ਸੀ। ਤੇ ਜਿੱਦੇ ਅਸੀਂ ਫਿਰ ਕਾਫੀ ਇਕੱਠ ਹੋਦੇ ਉਹ ਕਹਿੰਦੇ ਵੀ ਅਸੀਂ ਕੁੜੀ ਨੂੰ ਧੱਕੇ ਨਾਲ ਉਰੇ ਵਸਾ ਕੇ ਜਾਵਾਂਗੇ, ਵੀ ਅਸੀਂ ਉਰੀ ਵਸਾਉਣਾ ਚਾਹੁੰਦੇ ਹਾਂ, ਵੀ ਅਸੀਂ ਘਰੇ ਬਿਠਾ ਕੇ ਜਾਵਾਂਗੇ। ਅਸੀਂ ਕਿਹਾ, ਸਾਨੂੰ ਕਹਿੰਦੇ ਸੀ ਤੁਸੀਂ ਚਾਬੀ ਲੈ ਕੇ ਦਿਓ। ਅਸੀਂ ਕਿਹਾ ਵੀ ਅਸੀਂ ਚਾਬੀ ਨਹੀਂ ਲੈ ਕੇ ਦੇ ਸਕਦੇ, ਜਦੋਂ ਕੋਈ ਸਹਿਮਤੀ ਹੋਊ ਚਾਬੀ ਦੀ ਅਸੀਂ ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਅੱਗੇ ਕੇਸ ਕੂਸ ਹੋਇਆ ਜੀ, ਤੇ ਰਫਟ ਹੋਈ ਵਗੈਰਾ। ਤੇ ਫਿਰ ਇਹਨਾਂ ਦੇ ਕੋਰਟ ਕੇਸ ਵੀ ਚੱਲ ਰਿਹਾ। ਤੇ ਅੱਜ ਫਿਰ ਉਹਨਾਂ ਨੇ ਜਿੰਦੇ ਜੁੰਦੇ ਤੋੜ ਕੇ ਅੰਦਰ ਬੈਠ ਕੇ ਕੋਈ ਮਸਲਾ ਜਾਣੀ ਕਿ ਕੋਈ ਹੱਲ ਨਹੀਂ ਹੋਇਆ ਹੈਗਾ ਜੀ। ਪੰਚਾਇਤ ਦੇ ਥਰੂ ਕਾਫੀ ਜਣੀ ਅਸੀਂ ਬੈਠ ਕੇ ਕੋਸ਼ਿਸ਼ ਕੀਤੀ ਲਵੇ, ਬਾਹਰ ਵੀ ਅਮਨ ਨਾਲ ਵੀ ਗੱਲ ਕੀਤੀ। ਉਹ ਕਹਿੰਦਾ ਵੀ ਇਹ ਮਸਲਾ ਇੱਧਰ ਮੇਰਾ ਕੇਸ ਚੱਲ ਰਿਹਾ ਜੀ, ਵੀ ਚਲੋ ਜੇ ਕੁੜੀ ਇੱਥੇ ਆਉਂਦੀ ਅਸੀਂ ਲਵੇ ਗੱਲ ਲਾ ਸਕਦੇ ਹਾਂ ਬਹਿ ਕੇ। ਤੇ ਕੋਈ ਰਿਜ਼ਲਟ ਨਹੀਂ ਨਿਕਲਿਆ ਹੈਗਾ ਵਧੀਆ। ਆਪਣਾ ਨਾਂ ਕੀ ਨਾਮ ਹੈ? ਗੁਰਤੇਜ ਸਿੰਘ ਹੈ ਜੀ ਮੇਰਾ। ਸਰਪੰਚ ਨਹੀਂ, ਪੰਚਾਇਤ ਮੈਂਬਰ ਹੈ। ਹਾਂਜੀ। ਹੁਣ ਤੁਸੀਂ ਕੀ ਚਾਹੁੰਦੇ ਹੋ ਜੀ? ਕਿੱਦਾਂ ਦਾ ਇਨਸਾਫ ਚਾਹੁੰਦੇ ਹੋ? ਕੀ ਹੋਣਾ ਚਾਹੀਦਾ? ਅਸੀਂ ਤਾਂ ਇਹੀ ਗੱਲ ਚਾਹੁੰਦੇ ਹਾਂ ਵੀ ਜੋ ਅਮਨਦੀਪ ਹੈ ਉੱਧਰ ਰਹਿੰਦੇ ਉਹਨਾਂ ਨਾਲ ਮੈਰਿਜ ਹੋਈ ਹੈ ਜੀ, ਹੋਇਆ। ਮੈਂ ਤਾਂ ਉਹਦਾ ਚਾਚਾ, ਮੈਂ ਅੱਡ ਬੈਠਾ, ਮੈਨੂੰ 9-10 ਸਾਲ ਹੋ ਗਏ ਅੱਡ ਹੋਇਆ ਨੂੰ। ਤੇ ਮੇਰਾ ਆਪਦਾ ਅੱਡ ਕਾਰੋਬਾਰ ਹੈ, ਸਭ ਕੁਝ ਮੇਰਾ ਅੱਡ ਉਹ ਰਹਿ ਰਿਹਾ, ਮੈਂ ਆਪਦੇ ਉਹ ਰਹਿ ਰਿਹਾ ਵੀ ਇਹਦੇ ਵਿੱਚ ਮੈਂ ਤਾਂ ਕੁਝ ਨਹੀਂ ਕਰ ਸਕਦਾ। ਉਹ ਤਾਂ ਉਹਨਾਂ ਨੇ ਅਮਨਦੀਪ ਉਹਨਾਂ ਨੇ ਕਰਨਾ। ਜਦੋਂ ਉਹਨਾਂ ਨਾਲ ਆਹ ਕੁਝ ਕਰ ਰਹੇ ਨੇ ਤਾਂ ਫਿਰ ਉੱਥੇ ਉਹ ਚੀਜ਼ ਹੋ ਜਾਂਦੇ ਨੇ। ਉਹ ਤਾਂ ਅਮਨਦੀਪ ਨਾਲ ਕੋਈ ਗੱਲ ਹੋਈ ਹੋਊਗੀ ਜੀ ਤੁਹਾਡੀ? ਕਿਹਦੀ? ਅਮਨਦੀਪ ਨਾਲ ਗੱਲ ਹੋਈ ਸੀ। ਉਹ ਕਹਿੰਦਾ ਅੰਕਲ ਜੀ ਜਿਹੜਾ ਕੁਛ ਕਰਦੇ ਨੇ ਇਹ, ਜੇ ਆਹੀ ਲੱਛਣ ਕਰਦੇ ਨੇ, ਇਹਦੇ ਬਾਅਦ ਮੈਂ ਇਹਨੂੰ ਨਹੀਂ ਬਸਾਉਂਦਾ ਹੈਗਾ। ਅਗਰ ਤੁਸੀਂ ਧੱਕੇ ਨਾਲ ਮੇਰੇ ਨਾਲ ਕਰਦੇ ਹੋ ਤਾਂ ਮੈਂ ਕੁਛ ਖਾ ਕੇ ਮਰ ਜਾਊਂਗਾ ਜੀ। ਹਾਂਜੀ, ਅਮਨਦੀਪ ਨੇ ਆਹ ਗੱਲ ਕਹੀ ਹੈ। ਕਹਿੰਦਾ ਮੈਂ ਆਉਂਦੇ ਆ, ਕਹਿੰਦਾ ਇੱਥੋਂ ਤੱਕ ਕੌਣ ਹੋਊਗਾ, ਕਹਿੰਦਾ ਜਿਹੜਾ ਮੇਰੀ ਮਾਂ-ਬਾਪ ਨਾਲ, ਮੇਰੇ ਸਾਰਿਆਂ ਨਾਲ, ਮੇਰੇ ਭੈਣਾਂ ਨਾਲ ਵੀ ਗਲਤ ਵਿਹਾਰ ਕਰ ਰਿਹਾ ਹੈ, ਮੈਂ ਉਸ ਨੂੰ ਕਿਵੇਂ ਰੱਖ ਸਕਦਾ। ਕਹਿੰਦਾ ਹਾਂ ਮੈਂ ਆਪਦੀ ਬੇਟੀ ਹੈ, ਬੇਟੀ ਨੂੰ ਮੈਂ ਆਪਦੀ ਨੂੰ ਲੈਣਾ ਚਾਹੁੰਦਾ, ਮੈਂ ਆਪਦੀ ਬੇਟੀ ਨੂੰ ਵੀ ਕੋਲ ਰੱਖਣਾ ਚਾਹੁੰਦਾ। ਉਹ ਕਹਿੰਦੇ ਬੇਟੀ ਨੂੰ ਤਾਂ ਲੈਣਾ ਚਾਹੁੰਦਾ ਕਿਉਂਕਿ ਉੱਥੇ ਉਹ ਪੱਕਾ ਨਹੀਂ, ਇਸ ਕਰਕੇ ਉਹ ਬੇਟੀ ਦੀ ਮੰਗ ਕਰ ਰਿਹਾ। ਇਦਾਂ ਦੇ ਆਰੋਪ ਵੀ ਲਗਾਏ ਨੇ। ਨਹੀਂ, ਉਹ ਉੱਥੇ PR ਹੋ ਕੇ ਗਿਆ ਹੈ, PR ਹੋਇਆ ਹੈ ਉੱਧਰ।
ਕਿ ਉਹਦੀ ਜਿਹੜੀ ਮੰਮੀ ਹੈ, ਮੰਮੀ 2 ਵਾਰ ਪਹਿਲਾਂ ਕੈਨੇਡਾ ਗਈ ਹੋਈ ਹੈ, ਕਿਉਂਕਿ ਉਹ ਉਹਦੀ ਭੈਣ ਸੀ, ਉਹਦੀ ਭੈਣਾਂ ਗਈਆਂ ਹੋਈਆਂ ਨੇ ਉੱਧਰ, ਰਹਿ ਰਹੀਆਂ ਨੇ ਉੱਧਰ ਦੀਆਂ, ਉਹ ਨੇ PR ਨੇ, ਇਸ ਕਰਕੇ ਭੈਣ ਮਾਂ ਬਾਪ ਜਿਹੜੀ ਇਹਦੀ ਮਾਂ ਹੈ ਉਹ ਗਈ ਹੋਈ ਹੈ ਉੱਧਰ, 2 ਵਾਰ ਪਹਿਲਾਂ ਗਈ ਹੋਈ ਹੈ, ਇਹ ਬਾਅਦ 'ਚ ਇਹ ਆਪਦੇ ਉਹਦੇ 'ਤੇ ਗਈ ਹੈ। ਜਿਹੜਾ ਅਮਨਦੀਪ ਹੈ, ਅਮਨਦੀਪ ਗਿਆ ਇੱਥੋਂ PR ਹੋ ਕੇ ਗਿਆ ਹੋਇਆ ਹੈ, ਉੱਧਰ PR ਹੈ, ਉਹ ਉੱਧਰ ਉਹ ਕਰ ਰਿਹਾ ਹੈ ਜੀ। ਸੋ ਤੁਸੀਂ ਦੇਖਿਆ ਦੋਏ ਧਿਰਾਂ ਦੀ ਗੱਲ ਸੁਣੀ ਆ, ਜਿਹੜਾ ਮਸਲਾ ਇਹ ਤੁਸੀਂ ਦੇਖਿਆ, ਇੱਕ ਦੂਜੇ ਤੇ ਆਰੋਪ ਨੇ ਜਿਹੜੇ ਲਗਾਏ ਜਾਂਦੇ ਨੇ, ਗੱਲ ਕਿੰਨੀ ਕੁ ਸਹੀ ਆ, ਕੌਣ ਸਹੀ ਆ ਕੌਣ ਗਲਤ ਆ, ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ। ਅਸੀਂ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ। ਤੁਸੀਂ ਦੇਖਦੇ ਰਹੋ ਪੰਜਾਬੀ ਲੋਕ ਚੈਨਲ। ਕੈਮਰਾਮੈਨ ਗੁਰਦੀਪ ਟਿਵਾਣੇ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਪਾਸੋਂ।